स्वागत। सानू सारिਆਂ ਨੂੰ ਪਤਾ ਹੈ ਕਿ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਦਾ ਤੇ ਬਿਲਕੁਲ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ ਤੇ ਗੀਤ। ਮੈਂ ਹਾਂ ਸੰਜੀਵ ਤੇ ਮੈਂ ਹਾਂ ਬरुण ਕੌਰ ਮਾਨ। ਗੱਲਾਂ ਦਾ ਤਾਂ ਇੰਤਜ਼ਾਰ ਮੈਨੂੰ ਹਮੇਸ਼ਾ ਹੀ ਰਹਿੰਦਾ ਹੈ, ਗੀਤਾਂ ਦਾ ਵੀ ਉਹ ਤਾਂ ਹੈ ਹੀ। ਦੱਸੋ ਪੰਜਾਬੀ ਹੁੰਨੇ ਆ ਤੇ ਪੰਜਾਬੀਆਂ ਨੂੰ ਗੀਤਾਂ ਦਾ ਇੰਤਜ਼ਾਰ ਨਹੀਂ ਹੋਏਗਾ ਤਾਂ ਬਿਲकुल सही गल है, बिल्कुल। ਕੋਈ ਗੱਲ ਸੁਣਾਓ ਜਾਂ ਕਹਾਣੀ। ਸਵੇਰੇ ਸਵੇਰੇ ਕਹਾਣੀ ਦਿਲ ਕਰ ਰਿਹਾ ਮੇਰਾ। ਓਕੇ कहानी एक सी चिड़ी एक सी ਕਾਂ ਦੋਵਾਂ ਨੇ ਮਿਲ ਕੇ ਪੀਜ਼ਾ ਬਣਾਇਆ ਤੇ ਫਿਰ ਚਿੜੀ ਕਾਂ ਨੂੰ ਕਹਿੰਦੀ ਕਿ ਕੀ ਹੋਇਆ ਮੂੰਹ ਕਿਉਂ ਬਣਾ ਲਿਆ ਤੁਸੀਂ, ਉਹਨਾਂ ਨੇ ਪੀਜ਼ਾ ਬਣਾਇਆ ਤੁਸੀਂ ਮੂੰਹ ਬਣਾ ਲਿਆ। ਮੇਰੀ ਗੱਲ ਸੁਣੋ, ਚਿੜੀ ਕਾਂ ਰਲ ਕੇ ਖਿਚੜੀ ਬਣਾਉਂਦੇ ਹੁੰਦੇ, ਪੀਜ਼ਾ ਕਿੱਧਰੋਂ ਆ ਗਿਆ? ਉਹ ਪੁਰਾਣੇ ਜ਼ਮਾਨੇ ਦੇ ਚਿੜੀ ਕਾਂ ਨੇ, ਇਹ ਮਾਡਰਨ ਜ਼ਮਾਨੇ ਦੇ ਚਿੜੀ ਕਾਂ ਨੇ ਜੋ ਪੀਜ਼ਾ ਬਣਾਉਣਗੇ, 버ਗਰ ਬਣਾਉਣਗੇ, ਨਿਊਡਲਸ ਬਣਾਉਣਗੇ। ਅੱਛਾ ਚਿੜੀ ਕਾਂ ਪੁਰਾਣੀ ਹੈ, ਹਾਂ, ਖਾਣਾ ਉਹਨਾਂ ਦਾ ਨਵਾਂ ਹੋ ਗਿਆ। ਬਿਲਕੁਲ। ਇਹ ਪੁਰਾਣੇ ਤੇ ਨਵੇਂ ਦਾ ਸੁਮੇਲ ਨਹੀਂ ਹੋ ਗਿਆ? ਹੋਣਾ ਚਾਹੀਦਾ ਵੀ ਹੈ ਕਿਉਂਕਿ ਅਸੀਂ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਲੈ ਕੇ ਜਦੋਂ ਨਵੇਂ ਜ਼ਮਾਨੇ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਦੋਵਾਂ ਚੀਜ਼ਾਂ ਦਾ ਸੁਮੇਲ ਬਹੁਤ ਵਧੀਆ ਰਹਿੰਦਾ ਹੈ। ਜਦੋਂ ਫਿਰ ਕਹਾਣੀ ਦੀ ਗੱਲ ਹੋਈ ਹੈ, ਕਹਾਣੀ ਤਾਂ ਚਿੜੀ ਕਾਂ ਦੀ ਤੁਸੀਂ ਪੁਰਾਣੀ ਚੱਕੀ ਹੈ, ਉਸ ਨੂੰ ਥੋੜਾ ਮਾਡਰਨ ਬਣਾ ਦਿੱਤਾ। ਪਰ ਹੋਈ ਪੰਜਾਬੀ ਕਹਾਣੀ ਹੈ। ਪੰਜਾਬੀ ਕਹਾਣੀ ਹੈ ਔਰ ਅੱਜ ਅਸੀਂ ਪੰਜਾਬੀ ਕਹਾਣੀ ਦੀ ਗੱਲ ਕਰਾਂਗੇ ਕਿਉਂਕਿ ਤੁਸੀਂ ਕਿਹਾ ਹੈ ਨਾ ਪੰਜਾਬੀ ਲੋਕਾਂ ਨੂੰ ਗੀਤਾਂ ਦਾ ਬੜਾ ਸ਼ੌਕ ਹੈ ਤੇ ਕਹਾਣੀਆਂ ਦਾ ਵੀ ਬੜਾ ਸ਼ੌਕ ਹੈ। ਬਚਪਨ ਤੋਂ ਹੀ ਸਾਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਕਦਰਾਂ ਕੀਮਤਾਂ ਦੱਸੀਆਂ ਜਾਂਦੀਆਂ ਨੇ ਕਹਾਣੀਆਂ ਦੇ ਜ਼ਰੀਏ ਹੀ। ਪੰਚਤੰਤਰ ਦੀਆਂ ਕਹਾਣੀਆਂ, ਗੁਰੂ ਸਾਹਿਬ ਦੀਆਂ ਸਾਖੀਆਂ ਔਰ ਬੇਸ਼ੱਕ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਸੁਣਾਈਆਂ ਜਾਂਦੀਆਂ ਨੇ। ਔਰ ਅੱਜ ਵੀ ਜੋ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਉਹ ਵੀ ਬਹੁਤ ਸਾਰੀਆਂ ਕਹਾਣੀਆਂ ਸਾਹਿਤ ਸਾਡੇ ਲਈ ਲੈ ਕੇ ਆਏ ਨੇ। ਵਾਹ, ਇਹਦਾ ਮਤਲਬ ਤੁਸੀਂ ਹੁਣ ਇਸ਼ਾਰਾ ਕਰ ਰਹੇ ਹੋ ਸਾਡੇ ਅੱਜ ਦੇ ਮਹਿਮਾਨ ਦੇ ਵੱਲ। ਤੇ ਦੱਸ ਦਿਓ ਫਿਰ ਦਰਸ਼ਕਾਂ ਨੂੰ ਅੱਜ ਦੇ ਮਹਿਮਾਨ ਬਾਰੇ। ਉਹਨਾਂ ਨੇ ਕਹਿਣਾ ਆਪਸ 'ਚ ਗੱਲਾਂ ਕਰੀ ਜਾਂਦੇ ਆ, ਸਾਨੂੰ ਦੱਸਦੇ ਨਹੀਂ। ਬਿਲਕੁਲ ਜੀ, ਆਪਾਂ ਜ਼ਰੂਰ ਦੱਸ ਦਿੰਦੇ ਹਾਂ। ਸ਼੍ਰੀ ਬਲਦੇਵ ਸਿੰਘ ਸੜਕਨਾਮਾ ਹੋਰੀ ਸਾਡੇ ਨਾਲ ਮੌਜੂਦ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੀ ਸ਼ੋਭਾ ਵਧਾ ਰਹੇ ਨੇ, ਸਾਡੇ ਸਟੂਡੀਓ ਦੀ ਸ਼ੋਭਾ ਵਧਾ ਰਹੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸੱਜਰੀ ਸਵੇਰ। ਔਰ ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਅੱਜ ਮੈਨੂੰ ਸੁਣਨਗੇ ਔਰ ਮੈਨੂੰ ਮੌਕਾ ਮਿਲਿਆ ਇੱਥੇ। ਅੱਜ ਗੀਤਾਂ ਵਰਗੀਆਂ ਗੱਲਾਂ ਹੋਣਗੀਆਂ, ਗੀਤਾਂ ਵਰਗੀਆਂ ਗੱਲਾਂ ਹੋਣਗੀਆਂ ਜਾਂ ਕਹਾਣੀਆਂ ਵਰਗੀਆਂ ਗੱਲਾਂ ਹੋਣਗੀਆਂ ਜ਼ਰੂਰ ਜੀ। ਸਾਹਿਤ ਅਕੈਡਮੀ ਅਵਾਰਡ 2011 ਵਿੱਚ ਮਿਲਿਆ ਹੈ ਤੇ ਸ਼੍ਰੋਮਣੀ ਸਾਹਿਤ ਪੁਰਸਕਾਰ ਪੰਜਾਬ ਸਰਕਾਰ ਵੱਲੋਂ 2013 ਵਿੱਚ ਮਿਲਿਆ ਹੈ ਸੜਕਨਾਮਾ ਸਾਹਿਬ ਨੂੰ। ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਜੀਵਨ ਯਾਤਰਾ ਬਾਰੇ। ਔਰ ਕੁਝ ਕਹਿਣ ਲੱਗੇ ਹੋ ਤੁਸੀਂ? ਮੈਂ ਕਹਿਣ ਲੱਗੀ ਤੁਸੀਂ ਕਿਹਾ ਨਾ ਸੜਕਨਾਮਾ ਸਾਹਿਬ ਨੂੰ। ਦੇਖੋ ਬਲਦੇਵ ਸਿੰਘ ਸਾਹਿਬ ਤਾਂ ਸੁਣਿਆ, ਇਹ ਸੜਕਨਾਮਾ ਸਾਹਿਬ ਵੀ ਲਾ ਦਿਓ, ਕੱਲਾ ਬਲਦੇਵ ਸਿੰਘ ਤਾਂ ਸੁਣਿਆ ਸਾਹਿਬ। ਦੇਖੋ ਵੀ ਸਾਡੇ ਲਈ ਤਾਂ ਤੁਸੀਂ ਸਾਹਿਬ ਹੋ ਜੀ। ਤੇ ਇੱਕਦਮ ਸੜਕਨਾਮਾ ਨਾਮ ਨਾਲ ਜੁੜ ਜਾਂਦਾ ਹੈ, ਇਹ ਕਿਵੇਂ ਗੱਲ ਬਣਦੀ ਹੈ? ਗੱਲ ਤਾਂ ਫਿਰ ਮੇਰੀ ਕਹਾਣੀ ਤੋਂ ਸ਼ੁਰੂ ਹੋਊਗੀ। ਆਪਾਂ ਗੱਲ ਕਰਨੀ ਆ ਪੰਜਾਬੀ ਕਹਾਣੀ ਦੀ ਤੇ ਜੇ ਫਿਰ ਮੇਰੇ ਨਾਲ ਹੀ ਗੱਲ ਸ਼ੁਰੂ ਕਰਨੀ ਆ ਤਾਂ ਗੱਲ ਇਸ ਤਰ੍ਹਾਂ ਸੀ। ਮੈਂ ਕਲਕੱਤੇ ਟਰਾਂਸਪੋਰਟਰ ਰਿਹਾ 20 ਸਾਲ ਲਗਭਗ। ਸਾਰੇ ਜਾਣਦੇ ਨੇ, ਪਾਠਕ ਮੇਰੇ ਸਾਰੇ ਜਾਣਦੇ ਨੇ ਜੀ। ਤੇ ਉੱਥੇ ਜਿਹੜਾ ਜੀਵਨ ਹੰਡਾਇਆ ਮੈਂ, ਮੇਰੇ ਸਾਥੀਆਂ ਨੇ ਜਾਂ ਸਾਡਾ ਸਾਰਾ ਭਾਈਚਾਰਾ ਜੋ ਭੋਗ ਰਿਹਾ ਸੀ, ਜੋ ਅਸੀਂ ਦੇਖਦੇ ਸੀ ਸੜਕਾਂ ਤੇ ਢਾਬਿਆਂ ਤੇ, ਹਾਂਜੀ ਹਾਂਜੀ, ਉਹ ਜੀਵਨ ਇੱਕ ਵੱਖਰਾ ਜੀਵਨ ਸੀ। ਜਿਹੜਾ ਜੀਵਨ ਸਮਾਜ ਦੇ ਲੋਕ ਸਾਡੇ ਬਾਰੇ ਸੋਚਦੇ ਸੀ, ਇਹ ਕਿਸ ਤਰ੍ਹਾਂ ਦੇ ਲੋਕ ਨੇ ਜੀ। ਅਨਪੜ੍ਹ ਨੇ, ਇਹਨਾਂ ਨੂੰ ਬੋਲਣਾ ਚੱਲਣਾ ਨਹੀਂ ਆਉਂਦਾ, ਅਸ਼ਲੀਲ ਭਾਸ਼ਾ ਵਰਤਦੇ ਨੇ, ਇਹਨਾਂ ਕੋਲ ਨਾਲ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਦੋਨੋਂ ਹੀ ਮਾੜੇ ਨੇ। ਤਾਂ ਇਹੋ ਜਿਹੀਆਂ ਗੱਲਾਂ ਸਾਡੇ ਬਾਰੇ ਹੁੰਦੀਆਂ ਸੀ। ਪਰ ਸਾਡਾ ਜੀਵਨ ਜਿਹੜਾ ਬਹੁਤ ਸੰਕਟਾਂ ਵਾਲਾ, ਦੁਸ਼ਵਾਰਾਂ ਵਾਲਾ ਸੀ ਜੀ। ਮੇਰੇ ਕੋਲੇ ਖੈਰ ਇਹ ਸੀ ਵੀ ਮੇਰੇ ਕੋਲੇ ਐਜੂਕੇਸ਼ਨ ਸੀ, ਵਿੱਦਿਆ ਸੀ। ਔਰ ਮੈਂ ਸੋਚਦਾ ਰਹਿੰਦਾ ਸੀ ਵੀ ਸਾਡਾ ਤਾਂ ਐਸ ਮੀਲ ਤੋਂ ਚੱਲੇ ਆ ਜਾਂ ਐਸ ਢਾਬੇ ਤੇ ਅਸੀਂ ਚਾਹ ਪੀਤੀ ਹੈ, ਅਗਲੇ ਢਾਬੇ ਤੇ ਜਾ ਕੇ ਰੋਟੀ ਖਾਣੀ ਹੈ ਕਿ ਨਹੀਂ ਖਾਣੀ, ਕੀ ਭਰੋਸਾ ਹੈਗਾ ਰਸਤੇ ਵਿੱਚ ਕੀ ਹੋਣਾ ਯਾਰ। ਇਸ ਜੀਵਨ ਬਾਰੇ ਲਿਖਿਆ ਜਾਵੇ ਜ਼ਰੂਰ। ਤੇ ਉਹ ਫਿਰ ਮੈਂ ਜਦੋਂ ਸੜਕਾਂ ਬਾਰੇ, ਜਦੋਂ ਡਰਾਈਵਰਾਂ ਬਾਰੇ ਲਿਖਣਾ ਸ਼ੁਰੂ ਕੀਤਾ ਜਾਂ ਪਹਿਲਾ ਇੱਕ ਅਭਿਆਸ ਲੇਖ ਲਿਖਿਆ ਜਦੋਂ, ਅੱਛਾ ਜੀ, ਤੇ ਉਹ ਅਮਰਤਾ ਪ੍ਰੀਤਮ ਨੂੰ ਬਹੁਤ ਪਸੰਦ ਆਇਆ। ਨਾਗਮਣੀ ਮੈਗਜ਼ੀਨ ਦਿੱਲੀੋਂ ਕੱਢਦੇ ਹੁੰਦੇ ਸੀ ਉਹ। ਹਾਂਜੀ ਹਾਂਜੀ। ਤੇ ਉਹ ਬਾਅਦ 'ਚ ਇੱਕ ਹੋਰ ਲੇਖ ਲਿਖਿਆ ਮੈਂ, ਉਹ ਸਾਥ ਉਹ ਨਾਗਮਣੀ 'ਚ ਛਪ ਗਿਆ ਉਹ। ਫਿਰ ਹੋਰ ਛਪਿਆ ਤਾਂ ਉਹਨਾਂ ਨੇ ਕਿਹਾ ਮੈਂ ਨਹੀਂ ਜਾਣਦੀ ਵੀ ਕੌਣ ਹੈ ਤੂੰ, ਹਾਂਜੀ, ਤੇਰਾ ਇਸ ਸੜਕਾਂ ਬਾਰੇ, ਡਰਾਈਵਰਾਂ ਬਾਰੇ ਅਨੁਭਵ ਕਿੰਨਾ ਕੁ ਹੈ। ਜੇ ਤੂੰ ਲੜੀਵਾਰ ਕਾਲਮ ਸ਼ੁਰੂ ਕਰੇ ਸਾਡੇ ਮੈਗਜ਼ੀਨ ਲਈ ਤਾਂ ਜਿਸ ਤਰ੍ਹਾਂ ਖਬਰਨਾਮਾ, ਜ਼ਿੰਦਗੀਨਾਮਾ, ਹਦਾਇਤਨਾਮਾ ਸ਼ਬਦ ਸੀਗੇ, ਮੈਂ ਕਿਹਾ ਸੜਕਾਂ ਦੀ ਗੱਲ ਹੈ, ਸੜਕਨਾਮਾ ਰੱਖ ਲੈਂਦੇ ਆ। ਵਾਹ ਵਾਹ ਵਾਹ, ਕੀ ਬਾਤ ਹੈ। ਤੇ ਕਈ ਵਾਰੀ ਨੀਆਂ ਨੂੰ ਪਤਾ ਨਹੀਂ ਹੁੰਦਾ ਵੀ ਇਹਦੇ ਉੱਤੇ ਕਿੱਡੇ ਕੁ ਵੱਡੇ ਮਕਾਨ ਉਸਰਨੇ ਨੇ। ਤੇ ਉਹ ਫਿਰ ਸੜਕਨਾਮਾ ਆਉਣ ਵਾਲੇ ਸਮੇਂ 'ਚ ਮੇਰੀ ਪਛਾਣ ਬਣਨਾ ਹੈ, ਮੇਰੇ ਨਾਂ ਨਾਲ ਜੁੜ ਜਾਣਾ ਹੈ।
ਕੀ ਪਤਾ ਸੀਗਾ, ਕੋਈ ਪਤਾ ਨਹੀਂ ਸੀ। ਲੇਕਿਨ ਇੰਨਾ ਪਾਪੂਲਰ ਹੋਇਆ ਸੜਕਨਾਮਾ, ਇੰਨਾ ਪਾਪੂਲਰ ਹੋਇਆ, ਪਾਠਕਾਂ ਨੇ ਇੰਨਾ ਹੁੰਗਾਰਾ ਦਿੱਤਾ। ਬਲਦੇਵ ਸਿੰਘ ਸੜਕਨਾਮੇ ਵਾਲਾ ਤੁਹਾਡੀ ਪਛਾਣ ਹੋ ਨਿਬੜਿਆ। ਤੇ ਉਹ ਸਾਹਿਬ ਵਿੱਚੋਂ ਕੱਟ ਕੇ ਬਲਦੇਵ ਸਿੰਘ ਸੜਕਨਾਮਾ ਰੱਖ ਸੋ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਹਾਂਜੀ ਜਦੋਂ ਅਸੀਂ ਲੰਘਦੇ ਹਾਂ ਤਾਂ ਆਪਣੇ ਪੜਾਅ ਤੇ ਪਹੁੰਚਦੇ ਹਾਂ ਤੇ ਉਸ ਸੰਘਰਸ਼ ਵਿੱਚੋਂ ਇੱਕ ਕਹਾਣੀ ਦਾ ਜਨਮ ਹੁੰਦਾ ਹੈ। ਬਿਲਕੁਲ। ਤੇ ਇਹੀ ਕਹਾਣੀ ਦਾ ਆਰੰਭ ਹੁੰਦਾ ਹੈ ਹਰ ਬੰਦੇ ਦੇ ਜੀਵਨ ਦੀ ਕਹਾਣੀ ਦਾ। ਤੁਹਾਡਾ ਆਰੰਭ ਸੜਕਨਾਮਾ ਤੋਂ ਹੋਇਆ। ਜੇ ਉਂਝ ਆਪਾਂ ਮੰਨੀਏ ਤੇ ਪੰਜਾਬੀ ਕਹਾਣੀ ਦੀ ਸ਼ੁਰੂਆਤ ਆਰੰਭ ਕਿੱਥੋਂ ਮੰਨ ਸਕਦੇ ਹਾਂ? ਦੇਖੋ ਵਿੱਚ ਤੁਹਾਡੀ ਜਿਹੜੀ ਪਹਿਲੀਆਂ ਗੱਲਾਂ 'ਚੋਂ ਇੱਕ ਗੱਲ ਮੈਂ ਫੜੀ ਹੋਈ ਸੀ ਜੀ। ਤੁਸੀਂ ਕਿਹਾ ਸੀ ਪੰਚਤੰਤਰ ਦੀਆਂ ਕਹਾਣੀਆਂ, ਜਨਮ ਸਾਖੀਆਂ ਦੀਆਂ ਕਹਾਣੀਆਂ। ਬਿਲਕੁਲ। ਵੈਸੇ ਸਾਡੇ ਕੋਲੇ ਮੌਖਿਕ ਕਹਾਣੀਆਂ ਜਾਂ ਲੋਕ ਕਥਾਵਾਂ ਜਾਂ ਜਿਹੜੀਆਂ ਬਾਤਾਂ ਸਾਡੇ ਦਾਦੇ ਪੜਦਾਦੇ ਜਾਂ ਗਾਂ ਉਹਨਾਂ ਦੇ ਦਾਦੇ ਪੜਦਾਦੇ ਪਾਉਂਦੇ ਸੁਣਦੇ ਹੁੰਦੇ ਸੀ, ਉਹ ਤਾਂ ਸਾਡੇ ਕੋਲੇ ਸੀ ਨਾ। ਹਾਂ ਬਿਲਕੁਲ ਸੀ। ਮੂਲ ਰੂਪ ਵਿੱਚ ਉਹ ਜੜ੍ਹਾਂ ਨੇ ਸਾਡੀਆਂ ਉੱਥੇ, ਕਹਾਣੀ ਦੀਆਂ ਜੜ੍ਹਾਂ ਉੱਥੇ ਪਈਆਂ ਹੋਈਆਂ ਨੇ ਉਹਦੇ 'ਚ। ਉਹ ਉਹਨਾਂ ਸਾਡੀਆਂ ਬਾਤਾਂ 'ਚ, ਉਹਨਾਂ ਬਾਤਾਂ 'ਚ। ਹਾਂ। ਲੇਕਿਨ ਉਸ ਤੋਂ ਬਾਅਦ ਜਿਹੜਾ ਲਿਖਤੀ ਰੂਪ ਵਿੱਚ ਜਦੋਂ ਆਉਣ ਲੱਗੀਆਂ ਆਰੰਭ ਦੀਆਂ ਸਾਡੀਆਂ ਜਿਹੜੀਆਂ ਕਹਾਣੀਆਂ, ਉਦੋਂ ਸਾਡੇ ਕੁਝ ਜਿਹੜੇ ਉਸ ਵੇਲੇ ਦੇ ਸਾਡੇ ਲੇਖਕ ਸੀ, ਜਿਵੇਂ ਜੋਸ਼ੂਆ ਫਜ਼ਲਦੀਨ ਸੀ, ਚਰਨ ਸਿੰਘ ਸ਼ਹੀਦ ਸੀ, ਲਾਲ ਸਿੰਘ ਕਮਲਾ ਅਕਾਲੀ ਸੀ, ਜਾਂ ਉਸ ਤਰ੍ਹਾਂ ਦੇ ਉਸ ਦੌਰ ਦੇ ਜਿਹੜੇ ਕੁਝ ਲੋਕ ਸੀ, ਭਾਈ ਵੀਰ ਸਿੰਘ ਵਰਗੇ ਲੋਕ ਸੀ, ਉਹ ਜਦੋਂ ਉਹਨਾਂ ਨੇ ਕੁਝ ਅਭਿਆਸ ਤੌਰ ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜਿਹਨੂੰ ਅਸੀਂ ਆਰੰਭ ਮੰਨ ਸਕਦੇ ਹਾਂ, ਮੁੱਢਲੇ ਦੌਰ ਦੀਆਂ ਕਹਾਣੀਆਂ ਜੀ। ਪਰ ਉਹਦੇ 'ਚ ਇਹੀ ਸੀ ਵੀ ਉਹ ਥੋੜ੍ਹਾ ਜਿਹਾ ਸਮਾਜ ਵਿੱਚ ਕਿਵੇਂ ਸੁਧਾਰ ਲਿਆਉਣੇ ਨੇ, ਕਿਵੇਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਨੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਸਮਝਾਉਣਾ ਹੈ ਵੀ ਆਹ ਗੱਲਾਂ ਚੰਗੀਆਂ ਨੇ, ਆਹ ਗੱਲਾਂ ਮਾੜੀਆਂ ਨੇ। ਉਹ ਕਹਾਣੀਆਂ ਉੱਥੋਂ ਤੱਕ ਸੀਮਤ ਰਹਿੰਦੀਆਂ ਸੀਗੀਆਂ ਜੀ। ਤੇ ਲੇਕਿਨ ਫਿਰ ਬਾਅਦ 'ਚ ਜਦੋਂ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ, ਹਾਲਾਂਕਿ ਦੂਜੇ ਦੇਸ਼ ਸਾਰੇ ਦੇਸ਼ ਨਾਲੋਂ 100 ਸਾਲ ਬਾਅਦ 'ਚ ਹੋਇਆ, ਹਾਂਜੀ, ਉਦੋਂ ਫਿਰ ਉਹਦੇ ਪ੍ਰਭਾਵ ਥੱਲੇ ਕੁਝ ਜਿਹੜੀ ਸਾਡੀ ਪੰਜਾਬੀ ਕਹਾਣੀ ਸੀ ਉਸਨੇ ਆਪਣਾ ਰੂਪ ਵੀ ਬਦਲਿਆ, ਉਸਨੇ ਆਪਣਾ ਸੁਭਾਅ ਵੀ ਬਦਲਿਆ, ਉਸਨੇ ਆਪਣੇ ਤੇਵਰ ਵੀ ਬਦਲੇ ਪੰਜਾਬੀ ਕਹਾਣੀ ਨੇ। ਉਹਦੇ 'ਚ ਫਿਰ ਥੋੜ੍ਹਾ ਜਿਹਾ ਉਹ ਹੋਰ ਮਨੁੱਖ ਦੇ ਨੇੜੇ ਉਹ ਜਿਹੜੀ ਕਹਾਣੀ ਹੋ ਗਈ, ਮਨੁੱਖ ਦੀਆਂ ਦੁਸ਼ਵਾਰੀਆਂ, ਮਨੁੱਖ ਦੇ ਮਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਸਾਡੇ ਕੋਲ ਕਹਾਣੀਕਾਰ ਵੀ ਚੰਗੇ ਆ ਗਏ, ਸੁਜਾਨ ਸਿੰਘ ਵਰਗੇ, ਸੰਤ ਸਿੰਘ ਸੇਖੋਂ ਆ ਗਿਆ ਸਾਡੇ ਕੋਲ ਕਰਤਾਰ ਸਿੰਘ ਦੁੱਗਲ ਆ ਗਿਆ। ਕਹਾਣੀ ਦੀਆਂ ਉਹ ਬਰੀਕ ਪਰਤਾਂ ਜਿਹੜੀਆਂ ਹੌਲੀ ਹੌਲੀ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋ ਗਈਆਂ ਉਹਨਾਂ ਦੇ ਆਉਣ ਨਾਲ। ਉਸ ਤੋਂ ਬਾਅਦ ਇੱਕ ਹੋਰ ਪੜਾਅ ਆਉਂਦਾ ਹੈ। ਸਾਡੇ ਕੁਝ ਵਿਦਵਾਨ ਲੋਕ ਫਿਰ ਉਸ ਨੂੰ ਪੀੜ੍ਹੀ ਕਹਿ ਦਿੰਦੇ ਨੇ। ਇੱਕ ਪੀੜ੍ਹੀ ਉਹਨਾਂ ਦੀ ਸਮਾਜ ਸੁਧਾਰਕਾਂ ਦੀ ਜਿਨ੍ਹਾਂ ਨੇ ਉਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ, ਦੂਜੀ ਪੀੜ੍ਹੀ ਵਿੱਚ ਜਿਨ੍ਹਾਂ ਨੇ ਉਹ ਸਮੱਸਿਆਵਾਂ ਦੀਆਂ ਗੱਲਾਂ ਸ਼ੁਰੂ ਕਰਨੀਆਂ ਸਮਾਜ ਦੀਆਂ, ਅਗਲੀ ਪੀੜ੍ਹੀ ਉਸ ਪੀੜ੍ਹੀ ਦੇ ਵਿੱਚ ਵੀ ਕਾਫੀ ਸਾਡੀ ਕਹਾਣੀ ਨੇ ਜਿਹੜਾ ਹੈ ਉਹਦਾ ਮੂੰਹ ਮੱਥਾ ਲਿਸ਼ਕਾਇਆ, ਜਾਂ ਕਹਿ ਦਈਏ ਵੀ ਜਿਸ ਤਰ੍ਹਾਂ ਪਹਿਲਾਂ ਬੱਚਾ ਪੈਦਾ ਹੁੰਦਾ ਹੈ ਉਹ ਜਿਹੜੇ ਰੂਪ ਵਿੱਚ ਆਉਂਦਾ, ਹੌਲੀ ਹੌਲੀ ਉਹਦੇ ਕੱਪੜੇ ਪਾਉਣ ਲੱਗ ਜਾਂਦੇ ਅਸੀਂ, ਹੌਲੀ ਹੌਲੀ ਫਿਰ ਉਹਦਾ ਹਾਰ ਸ਼ਿੰਗਾਰ ਕਰਨ ਲੱਗ ਜਾਂਦੇ ਆ, ਤੇ ਹੌਲੀ ਹੌਲੀ ਕਹਾਣੀ ਜਿਹੜਾ ਆਪਣਾ ਰੂਪ ਜਿਹੜੀ ਆ ਉਹ ਸਮੇਂ ਦੇ ਨਾਲ ਉਹ ਬਦਲਦੀ ਗਈ। ਸਾਡੇ ਕੋਲੇ ਕਹਾਣੀਕਾਰ ਵੀ ਫਿਰ ਉਦੋਂ ਵਧੀਆ ਹੋਰ ਚੰਗੇ ਆਉਣ ਲੱਗ ਗਏ, ਜਿਹਦੇ 'ਚ ਮੁੜ ਕੇ ਨਾਨਕ ਸਿੰਘ ਹੋਰੀ ਆ ਗਏ ਜੀ। ਨਾਨਕ ਸਿੰਘ ਤੋਂ ਬਾਅਦ ਸਾਡੇ ਕੋਲ ਸੰਤ ਸਿੰਘ ਸੇਖੋਂ ਦੇ ਨਾਲ ਜਿਹੜਾ ਕੁਲਵੰਤ ਸਿੰਘ ਵਿਰਕ ਆ ਗਿਆ। ਕੁਲਵੰਤ ਸਿੰਘ ਵਿਰਕ ਦਾ ਸਮਾਂ ਇੱਕ ਅਜਿਹਾ ਉਹ ਦੌਰ ਸੀ 1947 ਤੋਂ ਬਾਅਦ ਦਾ ਜਦੋਂ ਸਾਡੇ ਕੋਲੇ ਪੰਜਾਬੀ ਕਹਾਣੀ ਆਈ। ਉਸ ਦੇ ਦੌਰ ਦੇ ਵਿੱਚ ਨਵਤੇਜ ਸਿੰਘ ਸੀ, ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੜਕੇ ਸੀ, ਉਹ ਮੈਗਜ਼ੀਨ ਕੱਢਦੇ ਹੁੰਦੇ ਸੀ ਪ੍ਰੀਤਲੜੀ। ਉਸ ਦੇ ਨਾਲ ਹੋਰ ਕਹਾਣੀ ਮਹਿੰਦਰ ਸਿੰਘ ਸਰਨਾ ਸੀ, ਔਰ ਇਹਨਾਂ ਨੇ ਕੁਝ ਤਾਂ 47 ਦੀ ਵੰਡ ਦੇ ਦੁਖਾਂਤ ਦੀਆਂ ਕਹਾਣੀਆਂ ਸਾਡੇ ਕੋਲੇ ਆਈਆਂ। ਤਾਂ ਇਸ ਤਰ੍ਹਾਂ ਇੱਕ ਲੰਬਾ ਉਹ ਕਹਾਣੀ ਦਾ ਜਿਹੜਾ ਸਭ ਤੋਂ ਅਸੀਂ ਜੇ ਕਹਿ ਦਈਏ ਇੱਕ ਸੁਨਹਿਰੀ ਯੁੱਗ ਸੀ, ਜਿਹੜਾ ਉਹ ਕਹਾਣੀਕਾਰਾਂ ਦਾ ਇੱਕ ਦੌਰ ਸੀਗਾ, ਜਿਹਦੇ 'ਚ ਕੁਲਵੰਤ ਸਿੰਘ ਵਿਰਕ ਨੇ ਦੱਸਿਆ ਸਾਨੂੰ ਵੀ ਇੱਕ ਛੋਟੀ ਜਿਹੜੀ ਕਹਾਣੀ ਜਿਹਨੂੰ ਅਸੀਂ ਕਹਿੰਦੇ ਇੱਕ ਹੁਨਰੀ ਕਹਾਣੀ, ਜਿਸ ਨੂੰ ਅਸੀਂ ਕਲਾਤਮਕ ਕਹਾਣੀ ਕਹਿੰਦੇ, ਬਿਲਕੁਲ ਸਰ, ਉਹ ਕਿਸ ਤਰ੍ਹਾਂ ਦੀ ਕਹਾਣੀ ਵੀ ਤੁਸੀਂ ਇੱਕ ਵੈਸੇ ਤਾਂ ਜਿਹੜੇ ਕਹਾਣੀ ਦੇ ਸਾਡੇ ਜਿਹੜੇ ਸ਼ਾਸਤਰੀ ਨੇ ਜਾਂ ਵਿਦਵਾਨ ਉਹ ਗੱਲਾਂ ਕਰਦੇ ਨੇ, ਇੱਕ ਆਰੰਭ ਹੁੰਦਾ ਹੈ, ਇੱਕ ਮੱਧ ਹੁੰਦਾ ਹੈ, ਇੱਕ ਅੰਤ ਹੁੰਦਾ ਹੈ, ਪਰ ਕਈ ਵਾਰੀ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਕਹਾਣੀ ਜਿਹੜੀ ਹੈ ਉਹ ਇੱਕਦਮ ਵੇਲੇ ਦੀ ਗੱਲ ਕਰਨ ਲੱਗੀ, ਸੱਚ ਦੀ ਗੱਲ ਕਰਨ ਲੱਗੀ, ਯਥਾਰਥ ਦੀ ਗੱਲ ਕਰਨ ਲੱਗੀ। ਤਾਂ ਇਸ ਤਰ੍ਹਾਂ ਹੌਲੀ ਹੌਲੀ ਸਮੇਂ ਨਾਲ ਉਹ ਪੀੜ੍ਹੀ ਤੋਂ ਅਗਲੀ ਪੀੜ੍ਹੀ ਚੱਲਦੀ ਅੱਜ ਦੇ ਸਮੇਂ ਤੱਕ ਅੱਜ ਦੇ ਦੌਰ ਤੱਕ ਜਿਹੜੀ ਜੋ ਕਹਾਣੀ ਦੀ ਯਾਤਰਾ ਜਿਹੜੀ ਆਉਂਦੀ ਸਾਡੇ ਕੋਲੇ ਜੀ। ਅੱਜ ਸਾਡੇ ਕੋਲੇ ਕਹਾਣੀਕਾਰਾਂ ਦਾ ਇੱਕ ਲੰਮੀ ਲਿਸਟ ਹੈ ਸਾਡੇ ਕੋਲ, ਜਾਣੀ ਹੋ ਸਕਦਾ ਵੀ 100 ਤੋਂ ਵਧੇਰੇ ਕਹਾਣੀਕਾਰ ਹੋਣ। ਹਰ ਦਾ ਆਪਣਾ ਜਿਹੜਾ ਹੈ ਲਿਖਣ ਸ਼ੈਲੀ ਹੈ, ਹਰ ਇੱਕ ਦਾ ਆਪਣਾ ਢੰਗ ਹੈ ਜੀ। ਸ਼ੈਲੀ ਦੇ ਕਹਿਣ ਵਾਂਗੂ ਵੀ ਸਟਾਈਲ ਇਜ਼ ਦਾ ਮੈਨ ਸਟਾਈਲ, ਤੇ ਉਹ ਹਰ ਇੱਕ ਦਾ ਆਪਣਾ ਢੰਗ ਹੈ। ਜੇ ਅਸੀਂ ਕਿਸੇ ਦੇ ਵਰਗੀ ਕੋਈ ਗੱਲ ਕਰਨੀ ਚਾਹੁੰਦੇ ਹਾਂ ਜਾਂ ਕੋਈ ਨਕਲ ਕਰਨੀ ਚਾਹੁੰਦੇ ਹਾਂ, ਉਹ ਕਲਾਤਮਕ ਤੌਰ ਤੇ ਜਿਹੜਾ ਉਸ ਤਰ੍ਹਾਂ ਦਾ ਨਹੀਂ ਉਹ ਉਚਾਰਣ ਤੇ ਪਹੁੰਚ ਸਕਦਾ ਜੀ। ਤੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ, ਉਹ ਜਿਵੇਂ ਕੋਈ ਮਿੰਨੀ ਕਹਾਣੀ ਕੋਈ ਬੰਦਾ ਲਿਖਣ ਲੱਗਾ ਤੇ ਉਹ ਕਹਿੰਦਾ ਮੈਂ ਮਿੰਨੀ ਕਹਾਣੀ ਲਿਖਦਾ ਹੈ, ਤੇ ਉਹ ਕਿਤੋਂ ਮੰਟੋ ਦੀ ਕਿਤੇ ਟੋਪੀ
ਖਰੀਦ ਲੈ ਆਇਆ ਕਿਤੋਂ। ਉਹ ਕਹਿੰਦਾ ਵੀ ਮੈਂ ਮੰਟੋ ਦੀ ਟੋਪੀ ਤਾਂ ਲੈ ਆਇਆ ਖਰੀਦ ਕੇ ਜੀ। ਉਹ ਕਹਿੰਦਾ ਮੰਟੋ ਦੀ ਟੋਪੀ ਤਾਂ ਲੈ ਕੇ ਆਇਆ, ਮੰਟੋ ਦਾ ਸਿਰ ਕਿੱਥੋਂ ਲਿਆਇਆ। ਔਰ ਉਹਨੇ ਕਿਹਾ ਵੀ ਮਿੰਨੀ ਕਹਾਣੀ ਲਿਖਦਾ ਸੀ, ਹੁਣ ਮੈਂ ਵੀ ਕਹਿੰਦਾ ਮਿੰਨੀ ਕਹਾਣੀ ਲਿਖਿਆ ਕਰੂੰਗਾ, ਮੈਂ ਟੋਪੀ ਲੈ ਆਇਆ। ਜਦੋਂ ਇਹ ਕਹਾਣੀ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ। ਜਦੋਂ ਇਹ ਕਹਾਣੀਆਂ ਆਪਾਂ ਪੜ੍ਹਦੇ ਆ ਸੁਣਦੇ ਆ ਬਚਪਨ ਚੇਤੇ ਆਉਂਦਾ ਹਨਾ, ਥੋੜਾ ਬਚਪਨ ਵੱਲ ਜਾ ਰਹੀ ਆ ਮੈਂ। ਹਾਂ ਸਮਾਂ ਹੁੰਦਾ ਸੀ ਰਾਤ ਨੂੰ ਸਾਨੂੰ ਬਜ਼ੁਰਗਾਂ ਨੇ ਕਹਾਣੀ ਸੁਣਾਈ ਜਾਣੀ ਤੇ ਜਿਹੜੇ ਬੱਚੇ ਹੁਣੇ ਹੰਗਾਰਾ ਭਰੀ ਜਾਣਾ ਤੇ ਸੁਣਦੇ ਸੁਣਦੇ ਸੌ ਜਾਣਾ। ਬਿਲਕੁਲ। ਉਹ ਬਾਤਾਂ ਉਹ ਕਹਾਣੀਆਂ ਦੂਰ ਹੋ ਗਈਆਂ। ਜਦੋਂ ਬਾਲ ਕਹਾਣੀਆਂ ਦੀ ਆਪਾਂ ਗੱਲ ਕਰਦੇ ਆ, ਇੱਕ ਤਾਂ ਸਮੇਂ 'ਚ ਇੰਨਾ ਬਦਲਾਅ ਆਉਣ ਦੇ ਨਾਲ ਸ਼ਾਇਦ ਉਹ ਰਿਵਾਜ ਹਟ ਗਿਆ, ਤੇ ਦੂਸਰਾ ਬਾਲ ਕਹਾਣੀਆਂ ਦੀ ਵਿਸ਼ੇਸ਼ਤਾ ਕੀ ਹੈ? ਨਹੀਂ ਦੇਖੋ, ਵਿਸ਼ੇਸ਼ਤਾ ਤਾਂ ਬਹੁਤ ਜ਼ਿਆਦਾ ਹੈ। ਜੇ ਆਪਾਂ ਪਹਿਲਾਂ ਇਹਦੀ ਗੱਲ ਕਰੀਏ, ਵਿਸ਼ੇਸ਼ਤਾ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਜਿਹੜਾ ਅੱਜ ਦਾ ਦੌਰ ਹੈ ਸਾਡਾ, ਉਹ ਖਤਮ ਹੋ ਗਿਆ। ਉਦੋਂ ਇੱਕ ਸਮਾਂ ਸੀ ਵਿਹੜੇ ਦੇ ਵਿੱਚ ਦਾਦੇ ਦਾਦੀ ਦਾ ਮੰਜਾ ਹੈ, ਉੱਥੇ ਮਾਂ-ਬਾਪ ਦਾ ਮੰਜਾ, ਉੱਥੇ ਬੱਚੇ ਪਏ ਆ, ਇੱਕ ਜਣਾ ਦਾਦਾ ਜਾਂ ਦਾਦੀ ਕਹਾਣੀਆਂ ਜਾਂ ਨਾਨਾ ਨਾਨੀ ਸੁਣਾ ਰਹੀ ਹੈ, ਸਾਰੇ ਸੁਣ ਰਹੇ ਨੇ। ਔਰ ਜਿਨ੍ਹਾਂ ਨੇ ਹਾਂ ਕਰਦੇ ਕਰਦੇ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਜਦੋਂ ਦਾਦੀ ਪੁੱਛਦੀ ਆ ਵੀ ਕੀ ਗੱਲ ਆ, ਬੋਲਦਾ ਨਹੀਂ, ਉਹ ਕਹਿੰਦੀ ਲੈ ਸੁੱਤਾ ਹੀ ਪਿਆ। ਕਈ ਵਾਰੀ ਸਾਨੂੰ ਕਹਾਣੀਆਂ ਸੁਣ ਕੇ ਨੀਂਦ ਆਉਂਦੀ ਹੁੰਦੀ ਸੀ। ਬੱਚਿਆਂ ਨੇ ਕਹਿਣਾ ਦਾਦੀ ਕਹਾਣੀ ਸੁਣਾ ਜਾਂ ਨਾਨੀ ਕਹਾਣੀ ਸੁਣਾ। ਉਹ ਸਮਾਂ ਚਲਾ ਗਿਆ। ਹੁਣ ਤਾਂ ਦੇਖੋ ਵੀ ਮਾਂ-ਬਾਪ ਦਾ ਕਮਰਾ ਅੱਡ ਹੈ, ਦਾਦੇ ਦਾਦੀ ਦਾ ਅੱਡ ਹੈ, ਬੱਚਿਆਂ ਦਾ ਅੱਡ, ਹਰ ਇੱਕ ਦਾ ਆਪਣਾ ਆਪਣਾ ਰੂਮ ਹੈ। ਕਹਾਣੀਆਂ ਕਿਹਨੇ ਸੁਣਨੀਆਂ? ਮੋਬਾਈਲ ਨੇ ਤਾਂ ਸੁਣਾਉਣੀਆਂ ਨਹੀਂ। ਮੋਬਾਈਲ ਨੇ ਤਾਂ ਤੁਹਾਡਾ ਜਿਹੜਾ ਕੁਛ ਮਾੜਾ ਮੋਟਾ ਦਿਮਾਗ ਜਿਹੜਾ ਵਿਕਸਿਤ ਹੋ ਰਿਹਾ ਉਹ ਵੀ ਉੱਤੇ ਡੱਲ ਕਰ ਦੇਣਾ ਉਹਨੇ, ਕਿਉਂਕਿ ਤੁਸੀਂ ਉਹ 'ਤੇ ਫੋਕਸ ਹੋ ਜਾਣਾ। ਉਹ ਸਮੇਂ ਜਿਹੜੇ ਉਹ ਚਲੇ ਗਏ, ਲੇਕਿਨ ਉਹ ਸਮੇਂ ਸਾਡੇ ਜਿਹੜੇ ਹੈ ਉਸ ਸਮੇਂ ਦੇ, ਹੁਣ ਕਈ ਵਾਰੀ ਅਸੀਂ ਜਦੋਂ ਧਾਰਮਿਕ ਸ਼ਖਸੀਅਤਾਂ ਬਾਰੇ ਪੜ੍ਹਦੇ ਆ ਜੀ, ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਮਤਲਬ ਕਿਵੇਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਪਿਛਲੇ ਗੁਰੂਆਂ ਦੀਆਂ, ਸਾਰਿਆਂ ਦੀਆਂ, ਵੀ ਇਸ ਤਰ੍ਹਾਂ ਸਾਡੇ ਨਾਲ ਹੋਇਆ, ਔਰ ਕਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਬਣਦੀਆਂ ਹੁੰਦੀਆਂ ਸੀ ਜੀ। ਤੇ ਸਾਡੇ ਕੋਲ ਉਹ ਮਹਾਂਭਾਰਤ ਹੈ, ਮੈਨੂੰ ਨੂੰ ਕਿਵੇਂ ਉਹਦੇ ਗਰਭ ਵਿੱਚ ਹੀ ਉਹਨੇ ਉਹ ਚੱਕਰ ਵੀ ਉਹਦਾ ਕਿਵੇਂ ਦੱਸਿਆ, ਤੇ ਮੁੜ ਕੇ ਜਦੋਂ ਜਾ ਖੁੱਲ੍ਹ ਗਈ ਤੇ ਉੱਥੇ ਚੱਕਰ ਵੀ ਉੱਥੇ ਅੱਧ 'ਚ ਰਹਿ ਗਿਆ। ਇਹ ਵੀ ਸਾਡਾ ਮਿੱਥ ਦੇ ਵਿੱਚ ਪਈ ਹੋਈ ਗੱਲ ਜੀ। ਤੇ ਉਹ ਇੱਕ ਸਮਾਂ ਸੀ ਜਦੋਂ ਇਹਨਾਂ ਉਸ ਵੇਲੇ ਦੀਆਂ ਬਾਤਾਂ ਦਾ, ਉਸ ਵੇਲੇ ਦੀਆਂ ਕਹਾਣੀਆਂ ਦਾ ਬਹੁਤ ਮਹੱਤਵ ਹੁੰਦਾ ਸੀ ਸਾਡੇ ਬੱਚਿਆਂ ਦੇ ਵਿਕਸਿਤ ਹੋਣ ਵਿੱਚ, ਤੇ ਉਹਨਾਂ ਦੀ ਸ਼ਖਸੀਅਤ ਬਹੁਤ ਘਟਦੇ ਸੀ। ਅੱਜ ਉਹ ਘਟਦਾ ਜਾ ਰਿਹਾ ਸਾਰਾ ਕੁਝ। ਅੱਜ ਉਹ ਹੈ ਨਹੀਂ ਗਾ। ਹੁਣ ਅੱਜ ਮੈਂ ਥੋੜੇ ਦਿਨ ਹੀ ਹੋਏ ਇੱਕ ਕਹਾਣੀ ਪੜ੍ਹ ਰਿਹਾ ਸੀ, ਇੱਕ ਮਿੰਨੀ ਕਹਾਣੀ ਹੈ ਬਹੁਤ ਛੋਟੀ ਜੀ। ਉਹ ਕਹਿੰਦੇ ਉਹ ਮਾਂ ਜਿਹੜੀ ਉਹ ਆਟਾ ਗੁੰਨ ਰਹੀ ਹੈ, 6-7 ਬੱਚੇ ਉਹਦੇ ਦਾਲੇ ਬੈਠੇ ਆ। ਇੱਕ ਤਾਂ ਕਹਿੰਦਾ ਮੈਨੂੰ ਚਿੜੀ ਬਣਾ ਦੇ, ਦੂਜਾ ਕਹਿੰਦਾ ਮਾਂ ਮੈਨੂੰ ਮੋਰ ਬਣਾ ਦੇ, ਕਹਿੰਦਾ ਮੈਨੂੰ ਕੁੱਤਾ ਬਣਾ ਦੇ। ਉਹ ਕਹਿੰਦੀ ਤੁਹਾਨੂੰ ਬਣਾ ਕੇ ਕੀ ਕੁਛ ਦੇਊਂਗੀ? ਇਹ ਕਹਿੰਦੀ ਆ ਜਿਹੜਾ ਇੰਨਾ ਆਟਾ ਇਹ ਖਵਾਊਂ ਕਿਵੇਂ, ਕਿਹੜੇ ਟੱਬਰ ਨੂੰ ਪੂਰਾ ਕਰੂੰਗੇ? ਸੋਨੂੰ ਚਿੜੀਆਂ ਮੋਰ ਕਿੱਥੋਂ ਬਣਾ ਕੇ ਦੇਵਾਂ? ਫਿਰ ਕਹਿੰਦਾ ਇੱਕ ਡੈਣ ਬਣਾ ਦੇ, ਸਾਨੂੰ ਸਾਰਿਆਂ ਨੂੰ ਖਾ ਜੂ। ਕਿੱਡੀ ਵੱਡੀ ਗੱਲ ਆ ਉਸ ਛੋਟੀ ਕਹਾਣੀ 'ਚ। 4-5 ਲਾਈਨਾਂ ਦੀ ਕਹਾਣੀ ਹੈ। ਮਿੰਨੀ ਕਹਾਣੀ ਠੀਕ ਹੈ, ਚੱਲਿਆ ਸੀ ਰਿਵਾਜ, ਚੁਟਕਲੇ ਬਣਾਤੇ ਲੋਕਾਂ ਨੇ ਉਹਦੇ, ਮਿੰਨੀ ਕਹਾਣੀ ਦੇ ਨਾਂ 'ਤੇ ਚੁਟਕਲੇ ਸੁਣਾਉਣ ਲੱਗ ਗਏ। ਲੇਕਿਨ ਮਿੰਨੀ ਕਹਾਣੀ ਲਿਖਣੀ ਬਹੁਤ ਔਖੀ ਹੈ। ਜਿਵੇਂ ਤੁਹਾਨੂੰ ਮੰਟੋ ਦੀ ਗੱਲ ਦੱਸੀ ਹੈ ਵੀ ਉਹਦਾ ਸਿਰ ਕਿੱਥੋਂ ਲਿਆਵਾਂਗੇ ਜੀ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਉਹ ਜਿਹੜੀਆਂ ਬਾਤਾਂ ਦੀਆਂ, ਬਾਲ ਕਹਾਣੀਆਂ ਦੀ ਬਹੁਤ ਲੋੜ ਅੱਜ ਸਾਨੂੰ। ਅੱਜ ਜਦੋਂ ਬਾਲ ਜਿਹੜਾ ਆਪਣੇ ਮਾਂ-ਬਾਪ ਤੋਂ ਦੂਰ ਹੁੰਦਾ, ਬਿਲਕੁਲ ਸਹੀ ਹੈ, ਅੱਜ ਦਾਦੇ ਦਾਦੀ ਤੋਂ ਦੂਰ ਹੁੰਦਾ ਜਾ, ਅੱਜ ਉਹ ਮੋਬਾਈਲਾਂ ਦੇ ਨੇੜੇ, ਇੰਟਰਨੈਟ ਦੇ ਨੇੜੇ ਜੁੜ ਰਿਹਾ, ਉਸ ਨੂੰ ਉਸ ਪਾਸਿਓਂ ਮੋੜਨ ਲਈ ਬਹੁਤ ਮਹੱਤਵ ਹੈ ਸਾਡਾ ਦਾਦਾ ਦਾਦੀ ਦੀਆਂ ਬਾਤਾਂ ਦਾ। ਪਰ ਅੱਜ ਦੀ ਦਾਦਾ ਦਾਦੀ ਨੂੰ ਬਾਤਾਂ ਆਉਂਦੀਆਂ ਹੋਣਗੀਆਂ ਤਾਂ ਹੀ ਹੈ ਨਾ। ਦੇਖੋ ਵरुण ਕਹਿ ਰਹੇ ਸੀ ਮੈਂ ਕਹਾਣੀ ਸੁਣਨੀ, ਤੁਸੀਂ ਇੱਕ ਮਿੰਨੀ ਕਹਾਣੀ ਸੁਣਾ ਦਿੱਤੀ, ਔਰ ਬੜੀ ਖੂਬਸੂਰਤ ਕਹਾਣੀ ਹੈ, ਬੜਾ ਵਧੀਆ ਸੰਦੇਸ਼ ਹੈ ਢੁਕਵਾਂ ਅੱਜ ਦੇ ਸਮੇਂ ਦੇ ਮੁਤਾਬਿਕ। ਕਹਿੰਦੇ ਨੇ ਕਿ ਮਾਵਾਂ ਸਾਰੀਆਂ ਹੀ ਕਹਾਣੀਆਂ ਹੁੰਦੀਆਂ ਨੇ। ਬਿਲਕੁਲ। ਆਪਣੀ ਰਮਾਇਣ, ਆਪਣਾ ਮਹਾਭਾਰਤ, ਗੁਰੂ ਸਾਹਿਬ ਦੀਆਂ ਸਾਖੀਆਂ ਆਪਣੀ ਤਰ੍ਹਾਂ ਨਾਲ ਬੱਚਿਆਂ ਨੂੰ, ਬੜਾ ਕੁਝ ਸਾਡੇ ਕੋਲੇ, ਸਾਡਾ ਵਿਰਾਸਤ ਜਿਹੜਾ ਹੈ ਉਹ ਜਿਹੜਾ ਵਿਰਸੇ ਵਿੱਚ ਜਿਹੜਾ ਬੜਾ ਕੁਝ ਅਮੀਰ ਪਿਆ ਹੋਇਆ। ਹਾਂ ਬਿਲਕੁਲ। ਤੇ ਮਾਵਾਂ, ਹਰ ਮਾਂ ਆਪਣੀ ਤਰ੍ਹਾਂ ਨਾਲ ਕਹਾਣੀ ਸੁਣਾਉਂਦੀ ਆਪਣੇ ਬੱਚਿਆਂ ਨੂੰ, ਕਿਉਂਕਿ ਬੱਚੇ ਅੱਗੋਂ ਸਵਾਲ ਪੁੱਛਦੇ ਨੇ ਫਿਰ ਕੀ ਹੋਇਆ, ਫਿਰ ਕੀ ਹੋਇਆ। ਤਾਂ ਮਾਵਾਂ ਸਾਰੀਆਂ ਕਹਾਣੀਕਾਰ ਨੇ। ਸਾਡੀ ਧਰਤੀ ਮਾਂ, ਸਾਡਾ ਭਾਰਤ, ਇਹ ਵੀ ਸਾਡੀ ਮਾਂ ਹੈ, ਔਰ ਇਹਦੇ ਵਿੱਚ ਵੀ ਵੱਖ-ਵੱਖ ਦੌਰ ਆਏ, ਵੱਖ-ਵੱਖ ਲਹਿਰਾਂ ਆਈਆਂ। ਉਹਨਾਂ ਲਹਿਰਾਂ ਦੀਆਂ ਵੀ ਕਹਾਣੀਆਂ ਨੇ, ਉਹਨਾਂ ਲਹਿਰਾਂ ਨੂੰ ਦੱਸਣ ਵਾਸਤੇ ਵੀ ਕਹਾਣੀਆਂ ਦੀ ਰਚਨਾ ਹੋਈ। ਉਹਨਾਂ ਕਹਾਣੀਆਂ ਦਾ ਸਾਡੇ ਸਮਾਜ ਦੀ ਸਿਹਤ ਉੱਤੇ ਅਸਰ ਕੀ ਪਿਆ? ਦੇਖੋ, ਇਹ ਜ਼ਰੂਰੀ ਨਹੀਂ ਹੈ ਵੀ ਸਮਾਜ ਨੇ ਉਸ ਨੂੰ ਕਿਸ ਤਰ੍ਹਾਂ ਲੈਣਾ ਹੈਗਾ। ਪਹਿਲੀ ਤਾਂ ਗੱਲ ਹੈ, ਸਾਹਿਤ ਜਿਹੜਾ ਹੈ ਉਹ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਔਰ ਸਮਾਜ ਤੋਂ ਪ੍ਰਭਾਵਿਤ ਹੁੰਦਾ ਹੈ। ਬਿਲਕੁਲ। ਜਿਹੜੇ ਸਾਡੇ ਸਮਾਜ ਦੇ ਵਿੱਚ ਸਮੱਸਿਆਵਾਂ ਨੇ, ਜਿਹੜੇ ਸੰਕਟ ਨੇ, ਜਿਹੜੇ ਨੇ, ਸਾਹਿਤ ਨੇ ਉਹਦੇ 'ਚੋਂ ਸਾਰਾ ਕੁਝ ਚੁੱਕਣਾ ਹੁੰਦਾ। ਜੇ ਅਸੀਂ ਆਪਣੇ ਇਤਿਹਾਸ ਵੱਲ ਵੀ ਜਾਈਏ ਤਾਂ ਜਿਸ ਤਰ੍ਹਾਂ ਦੀਆਂ ਸਾਡੀਆਂ ਲਹਿਰਾਂ ਆਉਂਦੀਆਂ ਰਹੀਆਂ, ਚਾਹੇ ਆਜ਼ਾਦੀ ਵੇਲੇ ਦੀਆਂ ਸਾਡੀਆਂ ਉਸ ਲਹਿਰਾਂ ਦੀ, ਆਜ਼ਾਦੀ ਪ੍ਰਾਪਤ ਕਰਨ ਦੀਆਂ ਲਹਿਰਾਂ ਸੀ, ਜਿਸ ਤਰ੍ਹਾਂ ਗਦਰੀਆਂ ਦੀਆਂ ਲਹਿਰ ਸੀ, ਜਿਸ ਤਰ੍ਹਾਂ ਦੂਸਰੀਆਂ ਸੰਘਰਸ਼ ਚੱਲੇ, ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਜਿਸ ਤਰ੍ਹਾਂ ਅੰਦੋਲਨ ਕੀਤੇ ਸ਼ੁਰੂ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਵੀ ਸਾਹਿਤ ਰਚਿਆ ਗਿਆ।
ਜਿਵੇਂ 47 ਦੀ ਵੰਡ ਵੇਲੇ ਜਿਹੜਾ ਕੁਝ ਹੋਇਆ ਸਾਹਿਤ ਵਿੱਚ ਆਉਣਾ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਦੀਆਂ ਸੀ ਸਾਰੀਆਂ। ਤੇ ਇਸ ਤਰ੍ਹਾਂ ਕਈ ਵਾਰੀ ਜਦੋਂ ਲੇਖਕ ਜਿਹੜਾ ਹੈ ਉਹ ਇਸ ਲੈਵਲ ਤੇ ਹੁੰਦਾ ਜਾਂ ਇਹਨਾਂ ਸਮਰੱਥ ਹੁੰਦਾ ਹੈ ਵੀ ਉਹ ਆਪਣੀਆਂ ਰਚਨਾਵਾਂ ਵਿੱਚ ਆਉਣ ਵਾਲੇ ਸਮੇਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਸਾਰਾ ਸਾਹਿਤ ਸਮਾਜ ਜਿਹੜਾ ਉਹ ਤੋਂ ਪ੍ਰਭਾਵਿਤ ਹੁੰਦਾ ਹੈ। ਬਹੁਤ ਇਹੋ ਜਿਹੇ ਸਾਡੇ ਕੋਲ ਉਦਾਹਰਨਾਂ ਨੇ ਵੀ ਜਿਹੜਾ ਹੈ ਸਾਹਿਤ ਨੇ ਕ੍ਰਾਂਤੀ ਲਿਆਂਦੀ ਸਮਾਜ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਪੜ੍ਹ ਕੇ। ਤਾਂ ਇਹ ਇੱਕ ਦੂਜੇ ਦੇ ਦੋਨੇ ਹੀ ਜਿਹੜੇ ਪੂਰਕ ਨੇ, ਸਮਾਜ ਉਹ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਸਾਹਿਤ ਸਮਾਜ ਤੋਂ ਪ੍ਰਭਾਵਿਤ ਹੁੰਦਾ। ਨਹੀਂ ਤਾਂ ਦੋਹਾਂ ਦਾ ਤਾਲਮੇਲ ਬਹੁਤ ਜ਼ਰੂਰੀ ਹੈ। ਨਾ ਤਾਂ ਇਕੱਲਾ ਮਨੁੱਖ ਸਮਾਜ ਤੋਂ ਟੁੱਟ ਕੇ ਲਿਖ ਸਕਦਾ, ਨਾ ਸਮਾਜ ਜਿਹੜਾ ਉਹ ਕਲਪਨਾ ਕਰ ਸਕਦਾ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਲੋਕ ਨੇ ਤੇ ਸਾਡੇ ਕੋਲ ਇਸ ਤਰ੍ਹਾਂ ਦਾ ਵਿਰਸਾ ਜਾਂ ਸਾਡਾ ਇਤਿਹਾਸ ਹੈਗਾ। ਇਹ ਸਾਰਾ ਚੱਲਦਾ ਜੀ। ਪੰਜਾਬੀ ਲੇਖਕ, ਪ੍ਰਵਾਸੀ ਪੰਜਾਬੀ ਲੇਖਕ, ਇਹਨਾਂ ਨੇ ਕਹਾਣੀ ਦੇ ਉੱਤੇ ਕੀ ਅਸਰ ਪਾਇਆ? ਦੇਖੋ, ਅਸੀਂ ਪ੍ਰਵਾਸੀ ਲੇਖਕ ਕਹਿ ਤਾਂ ਦਿੰਦੇ ਆ ਜਾਂ ਪ੍ਰਵਾਸੀ ਕਹਾਣੀ ਗਏ ਤਾਂ ਉਹ ਸਾਡੇ ਇੱਥੋਂ ਹੀ ਨਾ, ਸਾਡੇ ਇੱਥੋਂ ਹੀ ਗਏ ਨੇ। ਕੁਝ ਲੋਕ ਇੱਥੋਂ ਲਿਖਦੇ ਗਏ ਨੇ ਜੀ ਜੀ ਜੀ, ਕੁਝ ਉੱਥੇ ਜਾ ਕੇ ਉੱਥੋਂ ਦੇ ਹਾਲਾਤ ਮੁਤਾਬਕ, ਜਿਸ ਤਰ੍ਹਾਂ ਮੈਂ ਬੰਗਾਲ 'ਚ ਸੀ, ਮੈਨੂੰ ਨਹੀਂ ਸੀ ਪਤਾ ਵੀ ਮੈਂ ਸੜਕਨਾਮਾ ਲਿਖਣਾ ਹੈ ਕਿ ਨਹੀਂ ਲਿਖਣਾ, ਉੱਥੇ ਉਹਦੇ ਸੜਕਨਾਮੇ ਦਾ ਜਨਮ ਹੋਇਆ। ਇਸ ਤਰ੍ਹਾਂ ਉਹ ਕੁਝ ਸਾਡੇ ਲੇਖਕ ਜਿਹੜੇ ਆ ਪ੍ਰਵਾਸੀ ਜਿਹੜੇ ਇੱਧਰੋਂ ਗਏ ਹੋਏ ਨੇ, ਉਹਨਾਂ ਨੇ ਉੱਥੋਂ ਦੇ ਜਿਹੜੇ ਸੰਕਟ ਭੋਗੇ ਜਾ ਕੇ ਉੱਥੇ ਪੈਰ ਜਮਾਉਣ ਦੀ ਖਾਤਰ, ਜਾਂ ਇੱਕ ਬਗਾਨੇ ਸੱਭਿਆਚਾਰ ਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨਾ, ਜਾਂ ਆਪਣਾ ਸੱਭਿਆਚਾਰ ਉੱਥੇ ਲੈ ਕੇ ਜਾ ਕੇ ਆਪਣੇ ਸੱਭਿਆਚਾਰ ਨੂੰ ਸਥਾਪਿਤ ਕਰਨਾ। ਦੋ ਤਰ੍ਹਾਂ ਦੀ ਜੰਗ ਸੀ। ਬਿਲਕੁਲ ਸੀ। ਵੀ ਇੱਕ ਤਾਂ ਉਹਨਾਂ ਦੇ ਸੱਭਿਆਚਾਰ 'ਚ ਤੁਸੀਂ ਐਡਜਸਟ ਹੋਣਾ ਹੈ, ਇੱਕ ਆਪਣੇ ਸੱਭਿਆਚਾਰ ਨੂੰ ਤੁਸੀਂ ਉੱਥੇ ਸਥਾਪਿਤ ਕਰਨਾ ਹੈ ਵੀ ਅਸੀਂ ਇਹੋ ਜਿਹਾ ਸੱਭਿਆਚਾਰ ਲੈ ਕੇ ਗਏ ਔਰ ਕੀਤਾ ਵੀ ਹੈ। ਜੀ ਜੀ, ਇਹ ਸਾਨੂੰ ਬੜੇ ਮਾਣ ਵਾਲੀ ਗੱਲ ਹੈ। ਇਹ ਅਸੀਂ ਮੰਨਦੇ ਹਾਂ ਸਾਰੇ, ਜਿੰਨੇ ਹਿੰਦੁਸਤਾਨੀ ਜਾਂ ਪੰਜਾਬੀ ਖਾਸ ਕਰਕੇ ਕਹਿ ਦਿੰਦਾ ਮੈਂ, ਵੀ ਜਦੋਂ ਅਸੀਂ ਇਹ ਖਬਰਾਂ ਪੜ੍ਹਦੇ ਹਾਂ ਵੀ ਉੱਥੇ ਮੇਅਰ ਬਣਿਆ ਗਿਆ, ਉਹ ਸਾਡਾ ਇੱਕ ਉੱਥੇ ਮੰਤਰੀ ਬਣ ਗਿਆ, ਸਾਡਾ ਉੱਥੇ ਇੱਕ MP ਚੁਣਿਆ ਗਿਆ। ਇਹ ਇੱਕ ਬਗਾਨੇ ਮੁਲਕ ਵਿੱਚ ਜਾ ਕੇ ਆਪਣੇ ਆਪ ਨੂੰ ਇਸ ਸਮਰੱਥ, ਇਸ ਯੋਗ ਬਣਾਉਣਾ ਕਿ ਤੁਸੀਂ ਉਹਨਾਂ ਦੇ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਸੱਭਿਆਚਾਰ ਨਾਲ ਉਹਨੂੰ ਅਪਣਾ ਕੇ ਤੁਸੀਂ ਉਹਨਾਂ ਦੀ ਰਾਜਨੀਤੀ ਵਿੱਚ ਬਰਾਬਰ ਦੇ ਹਿੱਸੇਦਾਰ ਬਣਦੇ ਹੋ। ਇਹ ਬਹੁਤ ਵੱਡੀ ਗੱਲ ਹੈਗੀ ਹੈ। ਇੱਕ ਤਾਂ ਇਹ ਜਿਹੜਾ ਉੱਥੋਂ ਦਾ ਜਿਹੜਾ ਸਾਡਾ ਜਿਹੜੀ ਉੱਧਰੋਂ ਰਚਿਆ ਹੋਇਆ ਸਾਹਿਤ ਆਇਆ, ਬੇਸ਼ੱਕ ਮੈਂ ਇਸ ਮੰਚ ਤੋਂ ਕਹਿ ਦਿੰਦਾ ਵੀ ਉਹ ਜਿਹੜੇ ਸਾਡੇ ਉੱਧਰਲੇ ਲੇਖਕ ਨੇ ਉਹ ਆ ਕੇ ਆਪਣੇ ਆਪ ਨੂੰ ਲੇਖਕ ਕਿੱਥੇ ਮੰਨਦੇ ਜੇ ਸਾਡੀ ਸਾਡਾ ਲਿਖਿਆ ਜਿਹੜਾ ਹੈ ਜਾਂ ਸਾਡੀਆਂ ਰਚਨਾਵਾਂ ਜਿਹੜੀਆਂ ਇਹ ਤੇ ਪੰਜਾਬ ਦਾ ਮੂਲ ਜਿਹੜੀ ਧਾਰਾ ਹੈ ਇਹਦੇ ਵਿੱਚ ਪ੍ਰਵਾਨ ਹੁੰਦੀਆਂ ਨੇ, ਸਾਹਿਤ ਦੀ ਜਿਹੜੀ ਮੂਲ ਧਾਰਾ ਸਾਡੀ। ਤੇ ਕਿਉਂਕਿ ਇਹ ਇੱਕ ਕਿਸਮ ਦੀ ਸਾਡੀ ਜਾਣੀ ਜਿਸ ਨੂੰ ਅਸੀਂ ਕਹਿ ਦਈਏ ਵੀ ਇੱਕ ਬੇਸ ਹੈ, ਸਾਡੀ ਇੱਕ ਮਾਂ ਧਰਤੀ ਹੈ ਸਾਹਿਤ ਦੀ, ਜੇ ਉਹ ਆਪਦਾ ਲਿਖਿਆ ਇੱਥੋਂ ਪ੍ਰਵਾਨਗੀ ਮੰਗਦੇ ਨੇ ਵੀ ਸਾਡਾ ਇੱਥੇ ਕਿਵੇਂ ਪ੍ਰਵਾਨ ਹੁੰਦਾ ਹੈ। ਹਾਲਾਂਕਿ ਬਹੁਤ ਅੱਛੇ ਸਾਡੇ ਕੋਲੇ ਉੱਥੇ ਬਾਹਰ ਦੇ ਜਿਹੜੇ ਲੇਖਕ ਹੈਗੇ ਆ, ਚਾਹੇ UK 'ਚ ਬੈਠਾ ਹੈ, ਚਾਹੇ ਅਮਰੀਕਾ 'ਚ ਹੈ, ਚਾਹੇ ਕੈਨੇਡਾ 'ਚ ਹੈ ਜਾਂ ਹੋਰ ਮੁਲਕਾਂ 'ਚ ਹੈ, ਉਹ ਜਿੰਨਾ ਕਰ ਰਹੇ ਨੇ। ਔਰ ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਉਹ ਸਿਰਫ ਸ਼ੌਕ ਲਈ ਨਹੀਂ ਲਿਖ ਰਹੇ, ਜਾਂ ਮੈਂ ਇਹ ਕਹਿ ਸਕਦਾ ਵੀ ਸਾਹਿਤ ਜਿਹੜਾ ਲਿਖਣਾ ਹੈਗਾ ਉਹ ਗੁੱਲੀ ਡੰਡਾ ਖੇਡਣਾ ਜਾਂ ਪਤੰਗ ਉਡਾਉਣਾ ਨਹੀਂ ਹੈ। ਇਹ ਬਹੁਤ ਘਾਲਣਾ ਵਾਲਾ, ਗਹਿਰ ਗੰਭੀਰ ਤਪੱਸਿਆ ਵਾਲਾ ਕੰਮ ਹੈਗਾ। ਤੇ ਇਹ ਉਹ ਲੋਕ ਇੱਕ ਤਾਂ ਵੈਸੇ ਹੀ ਜ਼ਿੰਮੇਵਾਰੀਆਂ ਪੈ ਜਾਂਦੀਆਂ ਉੱਥੇ ਜਾ ਕੇ। ਜਿਹੜੇ ਸਾਡੇ ਇੱਥੇ 20-25 ਸਾਲ ਦੇ ਨੌਜਵਾਨ ਤੁਰੇ ਫਿਰਦੇ ਆ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਆਪਣੇ ਪੇਰੈਂਟਸ ਲਈ ਕੀ ਕਮਾ ਕੇ ਦੇਣਾ, ਪਰ ਉੱਥੇ ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਨੂੰ ਫਿਕਰ ਨੇ ਵੀ ਅਸੀਂ ਆਪਣੇ ਆਪ ਨੂੰ ਇੱਥੇ ਪੈਰ ਸਾਡੇ ਕਿਵੇਂ ਜਮਾਉਣੇ ਨੇ, ਰੁਜ਼ਗਾਰ ਹੈ, ਕੰਮ ਕਰਨਾ ਹੈ, ਕਿਰਤ ਕਰਨੀ ਆ, ਫੇਰ ਹੋਊਗਾ। ਔਰ ਉਸ ਦੇ ਨਾਲ ਨਾਲ ਆਪਣੇ ਸੱਭਿਆਚਾਰ ਨੂੰ ਤੇ ਸਾਹਿਤ ਨੂੰ ਵੀ ਉਹਨਾਂ ਨੇ ਜਿਉਂਦਾ ਰੱਖਣਾ। ਤਾਂ ਇਸ ਬਹੁਤ ਰਚਨਾਵਾਂ ਉਹਨਾਂ ਦੀਆਂ ਅੱਛੀਆਂ ਆਈਆਂ ਨੇ ਜਿਨ੍ਹਾਂ ਦੀ ਕਦਰ ਜਣੀ ਸਾਡੇ ਇੱਥੇ ਉਹਨੂੰ ਸਵੀਕਾਰਿਆ ਜਾਣ ਲੱਗਿਆ, ਉਹਨਾਂ ਦਾ ਨੋਟਿਸ ਲਿਆ ਜਾ ਰਿਹਾ, ਪਾਠਕ ਉਹਨਾਂ ਨੂੰ ਪੜ੍ਹਦੇ ਨੇ। ਔਰ ਇਹ ਸਾਡੇ ਲਈ ਪੰਜਾਬੀ ਸਾਹਿਤ ਲਈ ਬਹੁਤ ਅੱਛੀ ਗੱਲ ਹੈ ਵੀ ਇੱਕ ਪੰਜਾਬ ਸਾਡਾ ਉੱਥੇ ਹੈ, ਇੱਕ ਪੰਜਾਬ ਸਾਡਾ ਪਾਕਿਸਤਾਨ 'ਚ, ਇੱਕ ਪੰਜਾਬ ਸਾਡਾ ਇੱਥੇ ਹੈ, ਇੱਕ ਪੰਜਾਬ ਹੁਣ ਥਾਂ ਨਿਊਜ਼ੀਲੈਂਡ, ਆਸਟ੍ਰੇਲੀਆ ਵੀ ਬਣਨਾ ਹੈ। ਪੂਰੀ ਦੁਨੀਆ ਦੇ ਵਿੱਚ ਪੰਜਾਬ ਵਸਿਆ ਹੋਇਆ ਹੈ। ਪੰਜਾਬ ਹਰ ਜਿਹੜੇ ਬਾਹਰਲੇ ਹੈਗੇ ਛੋਟੇ ਛੋਟੇ ਕੰਟਰੀ, ਸਾਡਾ ਪੰਜਾਬ ਉੱਥੇ ਪਹੁੰਚਿਆ ਹੈ। ਇਹ ਬਹੁਤ ਵੱਡੀ ਗੱਲ। ਕਹਾਣੀ ਸਾਡੀ ਪਰੰਪਰਾ ਹੈ ਔਰ ਅਸੀਂ ਕਹਾਣੀਆਂ ਦੇ ਸਿਰ ਤੇ ਹੀ ਜਿਉਂਦੇ ਹਾਂ। ਬਚਪਨ ਤੋਂ ਲੈ ਕੇ ਸਾਰੀ ਉਮਰ ਅਸੀਂ ਕਹਾਣੀਆਂ ਨੂੰ ਹੰਡਾਉਂਦੇ ਹਾਂ। ਕਈ ਵਾਰ ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆ ਹੀ ਇੱਕ ਕਹਾਣੀ ਹੈ, ਕਿਉਂਕਿ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਵਾਂ, ਤੁਸੀਂ ਮੈਨੂੰ ਆਪਣੀ ਕਹਾਣੀ ਸੁਣਾਓ, ਲੱਗੇਗਾ ਹੂਬਹੂ ਹੈ, ਕਿਉਂਕਿ ਲਿਖਣ ਵਾਲੀ ਕੁਦਰਤ ਇੱਕੋ ਹੀ ਹੈ। ਬਿਲਕੁਲ ਬਿਲਕੁਲ। ਤਾਂ ਉਹਨਾਂ ਕਹਾਣੀਆਂ ਵਿੱਚੋਂ ਜਨਮ ਹੁੰਦਾ ਹੈ। ਅਲੱਗ-ਅਲੱਗ ਦੇਸ਼ਾਂ ਦੇ ਸੱਭਿਆਚਾਰ ਨੂੰ ਜਦੋਂ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਸਾਡੇ ਭਾਰਤ ਦੇ ਵਿੱਚ ਵੀ ਪਹੁੰਚਿਆ ਹੈ ਕਿਉਂਕਿ ਵਿਸ਼ਵੀਕਰਨ ਹੋਇਆ ਹੈ। ਕੀ ਅਸਰ ਪਾਇਆ ਹੈ ਸਾਡੇ ਸਾਹਿਤ ਦੇ ਉੱਤੇ ਵਿਦੇਸ਼ੀ ਸਾਹਿਤ ਨੇ? ਦੇਖੋ, ਨਹੀਂ ਇਹ ਪਹਿਲਾਂ ਤਾਂ ਦੇਖੋ ਸਾਡੇ ਕੋਲੇ ਜਿਹੜਾ ਨਾ ਜਦੋਂ ਇੱਕ ਤਰ੍ਹਾਂ ਦਾ ਮੈਂ ਸਮਝਦਾ ਵੀ ਇੱਕ ਰਿਵਾਜ ਬਣ ਗਿਆ ਸੀ ਵੀ ਜੇ ਕੋਈ ਰਸ਼ੀਆ ਤੋਂ ਅਨੁਵਾਦ ਹੋ ਕੇ ਸਾਡੇ ਕੋਲੇ ਕਿਤਾਬ ਆਈ ਹੈ, ਉਹ ਲੋਕ ਰਸ਼ੀਅਨ ਸਾਹਿਤ ਬਹੁਤ ਅੱਛਾ ਹੈ। ਅਮਰੀਕਾ ਤੋਂ ਕੋਈ ਕਿਤਾਬ ਸਾਡੇ ਭਾਸ਼ਾ 'ਚ ਅਨੁਵਾਦ ਹੋ ਕੇ ਆਈ ਹੈ,
ਇਹ ਹੈਗਾ। ਪਰ ਅਸੀਂ ਇਹ ਨਹੀਂ ਸੋਚਦੇ ਸੀਗੇ ਵੀ ਉੱਥੋਂ ਜਿਹੜਾ ਅਨੁਵਾਦ ਹੋ ਕੇ ਆਇਆ ਹੈ ਉੱਥੋਂ ਉਹਨਾਂ ਦਾ ਸਿਲੈਕਟਡ ਲਿਟਰੇਚਰ ਹੋਊਗਾ। ਉਹ ਬਿਲਕੁਲ ਸਹੀ ਹੈ। ਜੇ ਕੋਈ ਨਾਵਲ ਆਇਆ ਉਹਨਾਂ ਦਾ ਸਿਲੈਕਟਡ ਨਾਵਲ ਆਇਆ ਹੋਊਗਾ, ਕਿਉਂਕਿ ਜ਼ਰੂਰੀ ਨਹੀਂ ਹੈ ਵੀ ਉਹਨਾਂ ਦਾ ਸਾਰਾ ਸਾਹਿਤ ਹੀ ਇੰਨਾ ਵਧੀਆ ਹੋਊਗਾ। ਤੇ ਜੇ ਮੈਂ ਸਮਝਦਾ ਵੀ ਜੇ ਸਾਡਾ ਸਾਹਿਤ ਸਿਲੈਕਟਡ ਪੰਜਾਬੀ ਦਾ ਜੀ ਅਨੁਵਾਦ ਹੋ ਕੇ ਅੰਗਰੇਜ਼ੀ ਵਿੱਚ ਜਾਂ ਹੋਰ ਕਿਤੇ ਬਾਹਰਲੇ ਮੁਲਕ 'ਚ ਜਾਊਗਾ, ਹੋ ਸਕਦਾ ਉੱਥੋਂ ਦੇ ਪਾਠਕ ਸਮਝਣਗੇ ਵੀ ਸਾਰਾ ਪੰਜਾਬੀ ਸਾਹਿਤ ਹੀ ਬਹੁਤ ਵਧੀਆ ਹੈ। ਇਹ ਇੱਕ ਤਾਂ ਇਹ ਭਰਮ ਸਾਡੇ ਇਹ ਬਣ ਗਿਆ ਵੀ ਜੇ ਅਮਰੀਕਨ ਬਹੁਤ ਵਧੀਆ ਲੇਖਕ ਨੇ ਸਾਰੇ ਜੀ, ਰਸ਼ੀਅਨ ਲਿਟਰੇਚਰ ਪੜ੍ਹ ਕੇ ਦੇਖੋ ਤੁਸੀਂ, ਜਾਣੀ ਇਹ ਭੁੱਲ ਜਾਂਦੇ ਨੇ ਵੀ ਉੱਥੋਂ ਸਿਲੈਕਟਡ ਸਾਡੇ ਕੋਲ ਆਇਆ। ਜਿਹੜਾ ਉਹਨਾਂ ਦੇ ਮਾਸਟਰਪੀਸ ਨੇ ਉਹ ਅਨੁਵਾਦ ਹੋ ਕੇ ਸਾਡੇ ਕੋਲ ਪਹੁੰਚੇ ਹੋਏ ਨੇ। ਸਾਡੇ ਮਾਸਟਰਪੀਸ ਉੱਧਰ ਜਾ ਕੇ ਪਹੁੰਚਣਗੇ ਤਾਂ ਉਹ ਵੀ ਇਹੀ ਕਹਿਣਗੇ। ਇਸ ਕਰਕੇ ਨਾ ਤਾਂ ਸਾਡਾ ਸਾਰਾ ਸਾਹਿਤ ਜਿਹੜਾ ਉਹਨਾਂ ਉਸ ਮਿਆਰ ਦਾ, ਨਾ ਬਾਹਰਲਾ ਸਾਰਾ ਸਾਹਿਤ ਉਸ ਮਿਆਰ ਦਾ ਹੋਊਗਾ ਜਿਹੜਾ ਸਾਡੇ ਕੋਲੇ ਪਹੁੰਚਦਾ ਜੀ। ਇੱਕ ਤਾਂ ਇਹ ਗੱਲ ਜ਼ਰੂਰ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਸਿਲੈਕਟਡ ਸਾਹਿਤ ਜਾਊਗਾ ਤਾਂ ਹੀ ਅਸੀਂ ਕਹਿੰਦੇ ਹਾਂ ਨਾ ਸਾਡੀ ਪੰਜਾਬੀ ਕਹਾਣੀ ਵਿਸ਼ਵ ਦੇ ਹਾਣ ਦੀ ਹੈ। ਸਾਡੀ ਸਿਲੈਕਟਡ ਕਹਾਣੀ ਅਨੁਵਾਦ ਕਰਕੇ ਭੇਜਣ ਉੱਥੇ, ਤੇ ਦੇਖੋ ਅਸੀਂ ਉਹਨਾਂ ਦੀ ਕਹਾਣੀ ਨਾਲ ਕਿਵੇਂ ਟੱਕਰ ਨਹੀਂ ਲੈ ਸਕਦੇ। ਸਾਡੇ ਨਾਵਲ ਅਨੁਵਾਦ ਕਰਕੇ ਭੇਜੋ ਇੱਥੋਂ, ਜਿਹੜੇ ਮਾਸਟਰਪੀਸ ਨੇ ਉਹ ਉੱਥੇ ਬਸ ਸਵੀਕਾਰੀ ਜਾਣਗੇ। ਤੇ ਇੱਕ ਤਾਂ ਇਹ ਜ਼ਰੂਰ ਸਾਡੇ ਵਿੱਚ ਇੱਕ ਬਣ ਜਾਂਦਾ ਹੈ ਵੀ ਬਾਹਰ ਵਾਲਾ ਸਾਰਾ ਲਿਖਿਆ ਵਧੀਆ ਤੇ ਇਸ ਕਰਕੇ ਅਸੀਂ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ, ਸਾਡਾ ਮਿਆਰ ਘੱਟ ਹੈ। ਇਹ ਗੱਲ ਨਹੀਂ ਹੋਣੀ ਚਾਹੀਦੀ। ਬਿਲਕੁਲ ਹਾਂ, ਜੇ ਉਹਨਾਂ ਦਾ ਸਿਲੈਕਟਡ ਸਾਡੇ ਕੋਲੇ ਆਉਂਦਾ, ਸਾਡਾ ਸਿਲੈਕਟਡ ਉੱਥੇ ਜਾਵੇ ਔਰ ਉਹ ਲੋਕ ਵੀ ਸੋਚਣਗੇ ਵੀ ਪੰਜਾਬੀ ਵਿੱਚ ਬਹੁਤ ਵਧੀਆ ਰੱਖਿਆ ਹੈ, ਇੰਡੀਆ ਵਿੱਚ ਬਹੁਤ ਵਧੀਆ ਲਿਖਿਆ ਜਾ ਰਿਹਾ। ਤੇ ਇਹ ਗੱਲ ਬਹੁਤ ਜ਼ਰੂਰੀ ਹੈ। ਤੇ ਇਸ ਕਰਕੇ ਪ੍ਰਭਾਵ ਲੈਂਦੇ ਅਸੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਚੰਗੇ ਸਾਹਿਤ ਤੋਂ ਪ੍ਰਭਾਵ ਲੈਣਾ ਕੋਈ ਮਾੜਾ ਵੀ ਨਹੀਂ ਹੈ। ਜੇ ਅਸੀਂ ਕੋਈ ਚੰਗਾ ਵਿਸ਼ਾ ਸਾਡੇ ਕੋਲੇ ਜਾਂ ਅਸੀਂ ਉਹ ਕਿਸੇ ਲੇਖਕ ਨੇ ਵੱਡੇ ਨੇ ਲਿਖਿਆ, ਅਸੀਂ ਆਪਣੇ ਆਪ ਤੋਂ ਉਹਨੂੰ ਮੋਟੀਵੇਟ ਸਮਝਦੇ ਹਾਂ ਔਰ ਸਮਝਦੇ ਹਾਂ ਹਾਂ ਇਹ ਗੱਲ ਜਿਹੜੀ ਹੈ ਸਾਡੇ ਆਪਣੇ ਸੂਬੇ ਦੇ ਹਿਸਾਬ ਨਾਲ ਇਸ ਢੰਗ ਨਾਲ ਕਹੀ ਜਾ ਸਕਦੀ ਹੈ, ਜੋ ਕਹਿੰਦੇ ਆ ਤਾਂ ਉਹ ਅਸਰ ਕਰਦਾ ਜੀ। ਅੰਤਰਰਾਸ਼ਟਰੀ ਪੱਧਰ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਹਨਾ, ਤਾਂ ਫਿਰ ਦਿਮਾਗ ਆਪਾਂ ਉਹੀ ਕਰ ਰਹੇ ਸੀ ਕਿ ਜਿੱਦਾਂ ਆਉਂਦਾ ਦਿਮਾਗ 'ਚ ਅੱਛਾ ਉਧਰਲਾ ਲਿਟਰੇਚਰ ਇੱਦਾਂ, ਉਧਰਲੀਆਂ ਕਹਾਣੀਆਂ ਇੱਦਾਂ। ਜਦੋਂ ਆਪਾਂ ਆਪਣੀਆਂ ਪੰਜਾਬੀ ਕਹਾਣੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਦੇਖਣਾ ਹੋਵੇ ਫਿਰ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਖੜੋਦੀਆਂ ਨੇ? ਦੇਖੋ ਇੱਕ ਤਾਂ ਮੈਨੂੰ ਇੰਨਾ ਯਾਦ ਆਇਆ ਵੀ ਸੰਤੋਖ ਸਿੰਘ ਧੀਰ ਕਹਿੰਦੇ ਹੁੰਦੇ ਸੀ ਵੀ ਸਾਡੀ ਪੰਜਾਬੀ ਕਹਾਣੀ ਵਿਸ਼ਵ ਦੇ ਹਾਣ ਦੀ ਹੈ। ਉਹ ਹਮੇਸ਼ਾ ਸਟੇਜ ਤੇ ਕਹਿੰਦੇ ਸੀ ਉਂਗਲ ਨਾਲ ਜੀ, ਖੱਬੇ ਹੱਥ ਦੀ ਉਂਗਲ ਖੜੀ ਕਰਦੇ ਹੁੰਦੇ ਸੀ, ਵਿਸ਼ਵ ਦੇ ਹਾਣ ਦੀ ਹੈ। ਉਹ ਵਿਸ਼ਵ ਦੇ ਹਾਣ ਦੀ ਇਸ ਕਰਕੇ ਕਹਿੰਦੇ ਸੀ ਵੀ ਅੱਜ ਸਾਡੀ ਸਿਲੈਕਟਡ ਕਹਾਣੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ, ਅੱਜ ਸਾਡੀ ਚੋਣਵੀਂ ਕਹਾਣੀ, ਅੱਜ ਸਾਡੀ ਮਾਸਟਰਪੀਸ ਕਹਾਣੀ ਅਨੁਵਾਦ ਹੋ ਕੇ ਬਾਹਰ ਜਾਊਗੀ ਤਾਂ ਅਸੀਂ ਕਿਸੇ ਤਰ੍ਹਾਂ ਵੀ ਵਿਸ਼ਵ ਦੀ ਕਹਾਣੀ ਨਾਲੋਂ ਘੱਟ ਨਹੀਂ ਹੈ। ਜੋ ਉਹਨਾਂ ਦੀ ਜਿਹੜੀ ਵਿਸ਼ਵ ਪੱਧਰ ਦੀ ਜਿਹੜੀ ਟੌਪ ਦੀ ਕਹਾਣੀ ਹੈ, ਸਾਡੇ ਇੰਡੀ ਪੰਜਾਬੀ ਦੇ ਜਿਹੜੇ ਸਾਹਿਤ ਵਿੱਚ ਟੌਪ ਦੀਆਂ ਕਹਾਣੀਆਂ, ਇਹਨਾਂ ਦੋਹਾਂ ਨੂੰ ਮਿਲਾ ਕੇ ਤੁਸੀਂ ਦੇਖੋ ਔਰ ਬਿਲਕੁਲ ਕੋਈ ਫਰਕ ਨਹੀਂ ਹੈ। ਸਾਡੇ ਲੇਖਕਾਂ 'ਚ ਸਮਰੱਥਾ ਹੈ ਵੀ ਅਸੀਂ ਸਾਡੀ ਅੰਤਰਰਾਸ਼ਟਰੀ ਪੱਧਰ ਤੇ ਕਹਾਣੀ ਜਿਹੜੀ ਹੈ ਸਾਡਾ ਉਨਾ ਹੀ ਮਾਣ ਹਾਸਲ ਕਰ ਸਕਦੀ ਹੈ ਜਿੰਨਾ ਉਹਨਾਂ ਦੀਆਂ ਕਹਾਣੀਆਂ ਨੇ ਸਾਡੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜੀ। ਔਰ ਸਮੇਂ ਦੇ ਨਾਲ ਬਦਲਾਅ ਆਉਂਦੇ ਨੇ। ਪੁਰਾਣੇ ਵਕਤ ਵਿੱਚ ਕਹਾਣੀ ਕਿਸੇ ਹੋਰ ਤਰ੍ਹਾਂ ਲਿਖੀ ਜਾਂਦੀ ਸੀ, ਅੱਜ ਨੂੰ ਕਹਾਣੀ ਨੂੰ ਕਿਸੇ ਹੋਰ ਤਰ੍ਹਾਂ ਲਿਖਿਆ ਜਾਂਦਾ ਹੈ ਕਿਉਂਕਿ ਅੱਜ ਦੇ ਪਾਠਕਾਂ ਦੀ ਮੰਗ ਕੀ ਹੈ। ਅੱਜ ਅਸੀਂ ਮੰਡੀ ਨੂੰ ਵੀ ਧਿਆਨ 'ਚ ਰੱਖਦੇ ਹਾਂ ਕਿਉਂਕਿ ਪਬਲਿਸ਼ਰ ਨੇ ਵੀ ਉਹਦੇ ਉੱਤੇ ਇਨਵੈਸਟਮੈਂਟ ਕੀਤੀ ਹੈ। ਬਿਲਕੁਲ। ਸੋ ਇਹ ਸਾਰੀਆਂ ਗੱਲਾਂ ਨੂੰ ਜੇ ਮੁੱਖ ਰੱਖੀਏ ਤਾਂ ਕਹਾਣੀ ਲਿਖਣ ਦੀ ਵਿਧਾ ਦੇ ਵਿੱਚ, ਸਟਾਈਲ ਦੇ ਵਿੱਚ ਕੀ ਬਦਲਾਅ ਆਏ ਨੇ? ਬਦਲਾਅ ਤਾਂ ਦੇਖੋ ਸਮੇਂ ਦੇ ਨਾਲ ਆਉਂਦੇ ਨੇ, ਆਉਣੇ ਚਾਹੀਦੇ ਵੀ ਨੇ ਕਿਉਂਕਿ ਜੇ ਖੜੋਤ ਹੈ ਜਾਂ ਇੱਕੋ ਤਰੀਕੇ ਦੀ ਇੱਕੋ ਸਟਾਈਲ ਦੀਆਂ ਕਹਾਣੀਆਂ ਆਈ ਜਾਣਗੀਆਂ ਉਹਦੇ ਨਾਲ ਫਰਕ ਹੈ। ਇੱਕ ਉਹ ਸਮਾਂ ਸੀ ਜਦੋਂ ਉਹ ਕਹਾਣੀ ਦੇ ਵਿੱਚ ਸਿਰਫ ਹੁੰਦਾ ਸੀ ਵੀ ਜਿਹੜਾ ਉਹਨੇ ਗਲਤੀ ਕੀਤੀ ਆ, ਉਹਨੇ ਜਿਹੜਾ ਝੂਠ ਬੋਲਿਆ, ਜਿਹੜਾ ਉਹਨੇ ਪਾਪ ਕਰ ਲਿਆ, ਇਸ ਨੂੰ ਕਿਵੇਂ ਬਚਾਉਣਾ ਹੈਗਾ, ਸਿੱਖਿਆ ਦੇਣੀ ਵੀ ਇਸ ਤਰ੍ਹਾਂ ਕਰੋ, ਮਾਂ-ਬਾਪ ਦੀ ਸੇਵਾ ਕਰੋ, ਇਹਨਾਂ ਦੀ ਇੱਜ਼ਤ ਕਰੋ, ਵੱਡਿਆਂ ਦਾ ਸਤਿਕਾਰ ਕਰੋ, ਝੂਠ ਕਦੇ ਨਾ ਬੋਲੋ, ਇੱਧਰ ਕਰੋ ਜਾਂ ਰੋਜ਼ ਨਾ ਹੋ, ਇਸ ਤਰ੍ਹਾਂ ਦੀ ਸਿੱਖਿਆਦਾਇਕ ਕਹਾਣੀਆਂ ਹੁੰਦੀਆਂ ਸੀ। ਉਹ ਜਦੋਂ ਦੌਰ ਲੰਘਿਆ ਥੋੜ੍ਹਾ ਜਿਹਾ ਜਿਹੜਾ ਉਹ ਕਹਾਣੀ ਜਿਹੜੀ ਹੈ ਹੋਰ ਮਨੁੱਖ ਦੇ ਨੇੜੇ ਪਹੁੰਚੀ। ਸਾਡੇ ਲੇਖਕ ਜਿਹੜੇ ਹੈ ਹੋਰ ਜੁੜੇ ਹੋਏ ਸੀ ਧਰਤੀ ਨਾਲ, ਉਹਨਾਂ ਨੇ ਕਿਉਂਕਿ ਪਹਿਲਾਂ ਪ੍ਰਭਾਵ ਸਾਖੀਆਂ ਦਾ ਸੀ ਜਾਂ ਜਿਸ ਤਰ੍ਹਾਂ ਦਾ ਕਹਾਣੀ ਦੇ ਵਿੱਚ ਆਉਂਦਾ ਸੀ। ਉਸ ਤੋਂ ਬਾਅਦ ਜਿਹੜੀ ਅੱਜ ਦੀ ਸਾਡੀ ਕਹਾਣੀ ਜਿਸ ਦੇ ਵਿਚਕਾਰਲਾ ਹਿੱਸਾ ਛੱਡ ਵੀ ਦਈਏ ਤੇ ਜਿਹੜੀ ਅੱਜ ਦੀ ਕਹਾਣੀ ਹੈ ਸਾਡੀ, ਜਿਹੜੀ ਜਿਸ ਤਰ੍ਹਾਂ ਵਿਸ਼ਵੀਕਰਨ ਦਾ ਜਿਹੜਾ ਸਾਡਾ ਪ੍ਰਭਾਵ ਸਾਡੇ ਉੱਤੇ ਪਿਆ ਹੋਇਆ ਹੈ ਜੀ, ਵਿਸ਼ਵੀਕਰਨ ਦੇ ਪ੍ਰਭਾਵ ਨੇ ਜਿਹੜਾ ਹੈ ਇੱਕ ਤਾਂ ਜਿਹੜਾ ਹੈ ਮਨੁੱਖ ਨੂੰ ਮਨੁੱਖ ਨਾਲੋਂ ਤੋੜਿਆ ਹੈਗਾ ਜੀ, ਪਰਿਵਾਰ ਨਾਲੋਂ ਤੋੜਿਆ ਹੋਇਆ ਜੀ, ਸਾਡੇ ਆਂਢ ਗੁਆਂਢ ਤੋਂ ਸਾਨੂੰ ਵੱਖ ਕੀਤਾ ਹੋਇਆ ਕਿ ਉਹ ਸਾਰਾ ਸੀਮਤ ਹੋ ਗਿਆ। ਸਾਡੇ ਜਿਹੜੇ ਕਹਾਣੀਕਾਰ ਨੇ ਜਿਹੜੇ ਅੱਜ ਦੇ ਜੀ, ਉਹ ਜਿਸ ਤਰ੍ਹਾਂ ਡਿਸਟਰਬ ਨੇ ਉਹ ਉਸੇ ਤਰ੍ਹਾਂ ਦੀਆਂ ਉਹਨਾਂ ਦੀਆਂ ਲਿਖਤਾਂ ਡਿਸਟਰਬ ਨੇ। ਕਈ ਤਾਂ ਇਸ ਤਰ੍ਹਾਂ ਡਿਸਟਰਬ ਹੈ ਵੀ
ਸਾਰੇ ਨਹੀਂ, ਕੁਝ ਸਾਡੇ ਕਹਾਣੀਕਾਰ ਇਹੋ ਜਿਹੇ ਵੀ ਤੁਸੀਂ ਉਹ ਕਹਾਣੀ ਪੜ੍ਹ ਲਓ, ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਹਿਣਾ ਕੀ ਚਾਹੁੰਦਾ ਹੈ ਜੀ, ਵੀ ਕਿੱਥੋਂ ਸ਼ੁਰੂ ਕੀਤੀ ਕਿੱਥੇ ਪਹੁੰਚੇਗੀ। ਫਿਰ ਉਹ ਕਹਿੰਦੇ ਨੇ ਇਹ ਅੱਜ ਦੀ ਕਹਾਣੀ ਹੈ, ਜਾਣੀ ਜਿਸ ਤਰ੍ਹਾਂ ਅੱਜ ਸਾਰਾ ਕੁਝ ਵਿਸ਼ਵੀਕਰਨ ਨੇ ਸਾਡਾ ਕੀਤਾ ਹੋਇਆ ਹੈ, ਵੀ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਦੀ ਸੋਚ, ਉਹਨਾਂ ਦੀ ਕਹਾਣੀ ਨੂੰ ਜਿਹੜਾ ਬਰਤਾਂਤ ਉਹ ਜੇ ਸਿਰਜਦੇ ਆ, ਜਿਹੜੀ ਉਹ ਸ਼ਬਦਾਵਲੀ ਸਿਰਜਦੇ ਆ, ਉਹ ਪਤਾ ਨਹੀਂ ਕਿੱਥੋਂ ਲਿਆਉਂਦੇ ਨੇ, ਕੀ ਕਰਦੇ ਨੇ। ਔਰ ਉਹ ਕਈ ਵਾਰੀ ਪਾਠਕ ਜਿਹੜੇ ਨੇ ਉਹ ਪੁੱਛਦੇ ਨੇ, ਕਈ ਵਾਰੀ ਮੈਨੂੰ ਫੋਨ ਕਰਨਗੇ, ਉਹ ਫਲਾਣੇ ਦੀ ਇੱਕ ਮੈਗਜ਼ੀਨ 'ਚ ਕਹਾਣੀ ਛਪੀ ਹੈ, ਤੁਸੀਂ ਪੜ੍ਹੀ ਹੈ, ਤੁਸੀਂ ਦੱਸੋ ਕੀ ਕਹਿਣਾ ਚਾਹੁੰਦਾ। ਮੈਂ ਕਿਹਾ ਭਾਈ ਜਿਹਨੇ ਲਿਖੀ ਆ ਉਹਨੂੰ ਪੁੱਛ, ਸਹੀ ਗੱਲ ਕਹੀ ਉਹਨੇ ਹੈ, ਮੈਂ ਕਿਉਂ ਦੱਸਾਂ ਭਾਈ ਜੀ, ਮੈਂ ਕਿਵੇਂ ਦੱਸ ਸਕਦਾ। ਉਹਨੇ ਕਿਹੜੇ ਸਮੇਂ 'ਚ, ਕਿਹੜੇ ਪ੍ਰਭਾਵ ਥੱਲੇ, ਕਿਹੜੇ ਆਸਣ ਤੇ ਬੈਠ ਕੇ ਲਿਖੀ ਹੈ, ਤੇ ਇਹਦੇ ਬਾਰੇ ਮੈਂ ਹੁਣ ਕੀ ਕਹਿ ਸਕਦਾ, ਕੀ ਕਹਿਣਾ ਚਾਹੁੰਦਾ। ਮੈਂ ਕਹਿੰਦਾ ਉਹਨੇ ਐਂ ਕਿਹਾ, ਉਹ ਕਹਿੰਦੇ ਮੈਂ ਤਾਂ ਐਂ ਗਿਆ ਨਹੀਂ, ਮੇਰੇ ਤੇ ਗੱਲ ਦੂਸਰੀ ਸੀਗੀ। ਤੇ ਇਹ ਭਾਈ ਕਈ ਵਾਰੀ ਉਹਨਾਂ ਦੇ ਫਿਰ ਸਾਡਾ ਇਤਰਾਜ਼ ਹੁੰਦਾ ਹੈ, ਸਾਡੇ ਖਾਸ ਕਰਕੇ ਨਵੇਂ ਕਹਾਣੀਕਾਰਾਂ ਦਾ, ਵੀ ਪਾਠਕ ਹੈ ਨਹੀਂ, ਪਾਠਕ ਹੈ ਨਹੀਂ। ਹੁਣ ਪਾਠਕ ਕਰੂ ਕੀ ਜੀ? ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਆ ਵੀ ਸਾਹਿਤ ਨੂੰ ਸਤਿਅਮ ਸ਼ਿਵਮ ਸੁੰਦਰਮ ਤੇ ਆਧਾਰ ਤੇ, ਬਿਲਕੁਲ ਸਹੀ ਹੈ, ਠੀਕ ਹੈ, ਸਤਿਅਮ ਕਰ ਲਓ ਤੁਸੀਂ, ਸ਼ਿਵਮ ਵੀ ਕਰ ਲਓ, ਕਲਿਆਣਕਾਰੀ ਹੋਣਾ ਚਾਹੀਦਾ ਸਾਹਿਤ ਨੂੰ ਜੀ, ਸੱਚ ਬਿਆਨਣਾ ਚਾਹੀਦਾ। ਪਰ ਜੇ ਹੁਣ ਸੁੰਦਰਮ ਵੇਲਾ ਉਹ ਛੱਡ ਜਾਂਦੇ ਨੇ। ਜੇ ਸੁੰਦਰਮ ਨਹੀਂ ਕਹਾਣੀ ਦੇ ਵਿੱਚ, ਜੇ ਤੁਸੀਂ ਉਹਦੇ ਉੱਤੇ ਨਹੀਂ ਚੱਲਦੇ, ਜੇ ਉਹ ਰੌਚਕ ਨਹੀਂ, ਜੇ ਉਹ ਰਚਨਾ ਪੜ੍ਹੀ ਨਹੀਂ ਜਾ ਸਕਦੀ, ਜੇ ਉਹ ਪਾਠਕ ਦੇ ਮਨ ਨੂੰ ਆਪਣੇ ਨਾਲ ਤੋਰਨ ਦੇ ਸਮਰੱਥ ਨਹੀਂ ਹੈਗੀ, ਜੇ ਉਹ ਇਹ ਲੱਗਦਾ ਵੀ 2 ਪਹਿਰੇ ਪੜ੍ਹ ਕੇ ਅਕਾਊ ਹੋ ਗਿਆ, ਮੈਂ ਕਰਾਂ ਕੀ, ਮੈਂ ਇਹਨੂੰ ਛੱਡ ਦਿੰਦਾ, ਤਾਂ ਜਿਹੜਾ ਕੁਝ ਉਹਨੇ ਕਹਿਣਾ ਚਾਹੇ ਉਹ ਪਾਠਕ ਤੱਕ ਪਹੁੰਚੂਗਾ ਕਿਵੇਂ? ਬਿਲਕੁਲ ਸਹੀ ਹੈ। ਫਿਰ ਉਹ ਇਤਰਾਜ਼ ਜਿਹੜਾ ਹੈ, ਅਸੀਂ ਸਤਿਅਮ ਸ਼ਿਵਮ ਤੇ ਤਾਂ ਲੱਗੇ ਰਹਿੰਦੇ ਹਾਂ, ਸੁੰਦਰਮ ਨੂੰ ਛੱਡ ਜਾਂਦੇ ਹਾਂ ਜੀ। ਸਾਡੇ ਕੁਝ ਵਿਦਵਾਨ ਤਾਂ ਇਹ ਵੀ ਕਹਿੰਦੇ ਨੇ ਵੀ ਜੇ ਸੁੰਦਰਮ ਤੇ ਕਰਾਂਗੇ ਤਾਂ ਪਾਠਕ ਸੁੰਦਰਮ 'ਚ ਉਲਝ ਜਾਂਦਾ, ਅਸਲੀ ਮਕਸਦ ਤੋਂ ਭਟਕ ਜਾਂਦਾ। ਬਿਲਕੁਲ, ਉਹ ਦੋ ਪਾਸੇ ਦੂਜੇ ਪਾਸੇ ਤੁਰ ਪੈਂਦੇ ਨੇ। ਪਰ ਮੈਂ ਇਹ ਕਹਿੰਦਾ, ਮੇਰਾ ਆਪਣਾ ਮਤ ਹੈਗਾ ਵੀ ਜੇ ਕਹਾਣੀ ਰੌਚਕ ਨਹੀਂ, ਜੇ ਉਹਦੇ 'ਚ ਸੁੰਦਰਮ ਨਹੀਂ, ਤਾਂ ਉਹ ਪੜ੍ਹੂ ਕਿਉਂ ਪੜ੍ਹੂਗਾ? 600 ਪੇਜ ਦਾ ਨਾਵਲ ਹੈ, ਚਲੋ ਕਹਾਣੀ ਤਾਂ ਛੋਟੀ ਹੈ ਜੀ, ਉਹ ਕਿਵੇਂ 600 ਪੇਜ ਨੂੰ ਅਸੀਂ ਉਹਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਪਾਠਕ ਨੂੰ? ਵੀ ਉਹਦੀ ਕੀ ਮਜਬੂਰੀ ਹੈ? ਰਸ ਹੋਣਾ ਚਾਹੀਦਾ, ਉਹਦੀ ਪਾਠਕ ਦੀ ਮਜਬੂਰੀ, ਕਿਉਂ ਪੜੂਗਾ ਤੁਹਾਨੂੰ? ਬਿਲਕੁਲ ਸਹੀ ਹੈ। ਜੋ ਕਹਿੰਦਾ 10 ਪੇਜ ਪੜ੍ਹ ਕੇ ਮੇਰੇ ਤਾਂ ਪੱਲੇ ਨਹੀਂ ਪੈਂਦਾ, ਕੀ ਕਰੀ ਜਾਂਦਾ। ਬਿਲਕੁਲ ਸਹੀ ਗੱਲ ਹੈ। ਉਹ ਇਹ ਬਹੁਤ ਜ਼ਰੂਰੀ ਹੈ ਵੀ ਸਾਹਿਤ ਵਿੱਚ ਸਤਿਅਮ ਵੀ ਹੋਵੇ, ਸ਼ਿਵਮ ਵੀ ਹੋਵੇ, ਸੁੰਦਰਮ ਜ਼ਰੂਰ ਹੋ। ਸੁੰਦਰਮ ਬਿਨਾ, ਉਸ ਬਿਨਾ ਕਹਾਣੀ ਪੜ੍ਹੀ ਨਹੀਂ ਜਾ ਸਕਦੀ, ਤੁਹਾਡੀ ਰਚਨਾ ਪੜ੍ਹੀ ਨਹੀਂ ਜਾ ਸਕਦੀ, ਬਹੁਤ ਜ਼ਰੂਰੀ ਹੈ। ਸੁੰਦਰਮ ਦੀ ਵੀ ਗੱਲ ਹੋਈ ਹੈ ਨਾ, ਇੱਕ ਸ਼ਬਦ ਆਉਂਦਾ ਦਿਮਾਗ 'ਚ, ਸੁਖਾਲਾ। ਕਿਉਂਕਿ ਜਿਹੜਾ ਆਮ ਪਾਠਕ ਆ, ਇੱਕ ਤਾਂ ਹੈ ਕਿ ਚਲੋ ਕੋਈ ਸਾਹਿਤ ਦੇ ਨਾਲ ਬਹੁਤ ਜੁੜਿਆ ਹੋਇਆ ਹੈ, ਉਸਨੂੰ ਵੱਡੇ ਭਾਰੀ ਅੱਖਰਾਂ ਬਾਰੇ ਗਿਆਨ ਹੈ, ਇੱਕ ਹੁੰਦਾ ਆਮ ਸਧਾਰਨ ਪਾਠਕ, ਜਦੋਂ ਉਹ ਕਹਾਣੀ ਪੜ੍ਹਦਾ ਉਹਨੂੰ ਹੁੰਦਾ ਸੌਖੀ ਤੇ ਸਰਲ ਹੋਵੇ, ਮੈਨੂੰ ਸਮਝ ਆਵੇ, ਤੇ ਸ਼ਬਦਾਂ ਦੀ ਚੋਣ ਕਿੱਦਾਂ ਕਰਨੀ ਚਾਹੀਦੀ ਕਹਾਣੀ ਵੇਲੇ? ਦੇਖੋ, ਪਹਿਲਾਂ ਤਾਂ ਨਾ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਲੇਖਕ ਭਾਈਚਾਰੇ ਵਿੱਚ 2 ਤਰ੍ਹਾਂ ਦੇ ਲੇਖਕ ਜੀ। ਇੱਕ ਤਾਂ ਉਹ ਲੇਖਕ ਨੇ ਜਿਹੜੀ 90% ਲੋਕਾਂ ਦੀ ਭਾਸ਼ਾ ਵਰਤਦੇ ਨੇ ਜੀ। ਇੱਕ ਕੁਝ ਸਾਡੇ ਉਹ ਲੇਖਕ ਨੇ ਜਿਹੜੇ 5 ਜਾਂ 10% ਲੋਕਾਂ ਦੀ ਭਾਸ਼ਾ ਵਰਤਦੇ ਨੇ, ਜਿਹੜੇ ਯੂਨੀਵਰਸਿਟੀਆਂ ਦੇ ਵਿਦਵਾਨ ਨੇ ਜੀ। ਹਾਲਾਂਕਿ ਮੇਰੇ ਨਾਲ ਨਾਰਾਜ਼ ਵੀ ਹੋ ਜਾਣ, ਸ਼ਾਇਦ ਨਾਰਾਜ਼ ਨੇ, ਉਹਨਾਂ ਕੋਲੇ ਇਹੋ ਜਿਹੀ ਸ਼ਬਦਾਵਲੀ ਹੁੰਦੀ ਹੈ ਜੀ ਵੀ ਜਿਹੜੀ ਤੁਸੀਂ ਜਾਂ ਤਾਂ ਕੋਈ ਡਿਕਸ਼ਨਰੀ ਦੇਖ ਲਓ, ਜਾਂ ਜਿਸ ਤਰ੍ਹਾਂ ਦਾ ਉਹਨੇ ਵਾਕ ਬਣਾਇਆ ਹੋਇਆ ਵੀ ਇਹ ਪਹਿਲਾਂ ਤਾਂ ਉਹਨੂੰ 3-4 ਵਾਰੀ ਪੜ੍ਹੋ ਵੀ ਯਾਰ ਗੱਲ ਕਿੱਥੇ, ਕੀ ਨਿਕਲੂ ਇਹਦੇ 'ਚ ਜੀ। ਉਹ ਹੁਣ ਜਦੋਂ ਉਹ ਕਿਸੇ ਅਖਬਾਰ ਵਿੱਚ ਉਹਨਾਂ ਦਾ ਆਰਟੀਕਲ ਛਪਦਾ ਹੈ, ਜਾਂ ਉਹਨਾਂ ਦੀ ਕੋਈ ਕਿਤਾਬ ਛਪਦੀ ਹੈ, ਜਾਂ ਕੋਈ ਨਾਵਲ ਛਪਦਾ ਹੈ, ਫਿਰ ਉਹ ਇਹ ਵੀ ਕਹਿੰਦੇ ਨੇ ਵੀ ਇਹ ਭਾਸ਼ਾ ਜ਼ਰੂਰੀ ਹੈ ਸਾਨੂੰ, ਇਹ ਜਿਹੜੀ ਉਹਦੇ 'ਚ ਅੱਧੀ ਕੁ ਸੰਸਕ੍ਰਿਤ ਹੁੰਦੀ ਹੈ, ਅੱਧੀ ਖੋਰ ਹੁੰਦੀ ਹੈ, ਉਹ ਸਾਰਾ ਕੁਝ ਰਲਾ ਮਿਲਾ ਕੇ ਜਦੋਂ ਪੱਲੇ ਨਹੀਂ ਕੁਝ ਪੈਂਦਾ, ਉਹ ਫਿਰ ਇਤਰਾਜ਼ ਕਰਦੇ ਨੇ, ਦੇਖੋ ਜੀ ਪਾਠਕ ਕਿੱਥੇ ਹੈਗੇ ਨੇ, ਪਾਠਕ ਹੀ ਹੈ ਨਹੀਂ ਗੇ, ਕਾਹਦੇ ਵਾਸਤੇ ਲਿਖਣਾ ਹੈ? ਉਹ ਪਾਠਕ, ਜੇ ਤੁਸੀਂ 5% ਲੋਕਾਂ ਲਈ ਲਿਖੋਗੇ ਫਿਰ ਤਾਂ ਪਾਠਕ ਹੈ ਨਹੀਂ ਗੇ। ਬਿਲਕੁਲ, ਜੇ ਜਿਹੜੀ ਭਾਸ਼ਾ ਜਿਹੜੀ ਹੈ ਉਹ ਤੁਸੀਂ ਆਮ ਲੋਕਾਂ ਦੇ ਸਮਝ ਆਉਣ ਵਾਲੀ ਨਹੀਂ ਲਿਖੋਗੇ, ਤਾਂ ਫਿਰ ਉਹ ਕੀ ਮਜਬੂਰੀ ਹੈ ਪਾਠਕ ਦੀ? ਉਹ ਸਾਰਾ ਕੁਝ ਪੜ੍ਹੋ, ਜ਼ਰੂਰੀ ਹੈ ਕਿ ਤੁਸੀਂ ਉਹਨਾਂ ਲੋਕਾਂ ਲਈ ਲਿਖੋ ਜਿਨ੍ਹਾਂ ਲੋਕਾਂ ਲਈ ਅਸੀਂ ਲਿਖ ਰਹੇ ਹਾਂ। ਇੱਕ ਗੱਲ ਦਿਮਾਗ 'ਚ ਆਉਂਦੀ ਹੈ, ਜਿਵੇਂ ਤੁਸੀਂ ਕਿਹਾ ਹੈ ਕਿ ਕਹਾਣੀ ਜਦੋਂ ਲਿਖੀ ਜਾਂਦੀ ਹੈ, ਕਿਸ ਗੱਲ ਨੂੰ ਮੁੱਖ ਲੱਗ ਕੇ ਲਿਖੀ ਗਈ ਤੇ ਉਹਦਾ ਨਿਚੋੜ ਕੀ ਨਿਕਲਿਆ। ਤੇ ਨਾਟ ਸ਼ਾਸਤਰ ਜਿਹੜਾ ਸਾਡਾ ਪੁਰਾਤਨ ਗ੍ਰੰਥ ਹੈ, ਨਾਟ ਸ਼ਾਸਤਰ ਵੀ ਇਹੀ ਕਹਿੰਦਾ ਉਹਦੇ 'ਚ ਰਸ ਕਿੱਥੇ ਹੈ ਜਿਹੜਾ ਲੋਕੀ ਉਹਦਾ ਆਨੰਦ ਮਾਣ ਸਕਣ। ਅਸੀਂ ਆਨੰਦ ਮਾਣਨਾ ਚਾਹਾਂਗੇ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਕੋਲੋਂ ਸੁਣ ਕੇ, ਕਿ ਇੱਕ ਉਦਾਹਰਣ ਵੀ ਹੋ ਜਾਏਗੀ ਕਿ ਕਿਹੜੀ ਕਹਾਣੀ ਪਾਠਕਾਂ ਦੇ ਮਨ ਦੇ ਨਜ਼ਦੀਕ ਹੈ।
ਨਹੀਂ ਦੇਖੋ ਇਸ ਤਰ੍ਹਾਂ ਤਾਂ ਕਹਾਣੀ ਜਿਹੜੀਆਂ ਨਾ ਉਹ ਲੰਬੀਆਂ ਹੁੰਦੀਆਂ ਤੇ ਜੇ ਤੇ ਸ਼ੁਰੂ ਕਰ ਲਈ ਤਾਂ ਤੁਹਾਡਾ ਮਿੰਨੀ ਕਹਾਣੀ ਛੋਟੀ ਜਿਹੀ ਮਿੰਨੀ ਕਹਾਣੀ ਨਹੀਂ, ਮੈਂ ਤੁਹਾਨੂੰ ਨਾ ਇੱਕ ਸੜਕਨਾਮੇ ਦਾ ਛੋਟਾ ਜਿਹਾ ਐਪੀਸੋਡ ਜੀ ਜੀ ਛੋਟਾ ਜਿਹਾ ਐਪੀਸੋਡ ਸੁਣਾਉਂਦਾ ਜੀ ਸਵਾਗਤ। ਉਹ ਕਹਾਣੀ ਵਰਗਾ ਹੀ ਹੈ, ਵਿੱਚ ਵਿੱਚ ਆਪਣੇ ਗੱਲ ਚੱਲੀ ਵੀ ਸੀਗੀ। ਹਾਂਜੀ ਉਹ ਹੁਣ ਦੇਖੋ ਵੀ ਡਰਾਈਵਰ ਚੱਲਿਆ ਕਿਤੋਂ ਵੀ ਚੱਲਿਆ, ਜੇ ਮੈਂ ਆਪਣੇ ਸ਼ਹਿਰ ਮੋਗੇ ਤੋਂ ਹੀ ਲਾ ਲਾਂ, ਮੋਗੇ ਤੋਂ ਚੰਡੀਗੜ੍ਹ ਜਾ ਰਿਹਾ ਉਹ ਜਦੋਂ ਹੌਲੀ ਹੌਲੀ ਬੜਾ ਸੰਭਲ ਕੇ ਚਲਾ ਰਿਹਾ, ਜਗਰਾਵਾਂ ਤੇ ਕਿਸੇ ਨੇ ਚੰਡੀਗੜ੍ਹ ਤਰੀਕ ਤੇ ਜਾਣਾ, ਉਹ ਸਵਾਰੀਆਂ ਗੱਲਾਂ ਕਰ ਰਹੀਆਂ ਨੇ ਆਪਸ ਵਿੱਚ ਵੀ ਕਿੱਥੇ ਲੈ ਜਾਓ ਸਾਨੂੰ, ਇਹ ਕਿੱਥੇ ਪਹੁੰਚਾਉਣਾ ਇਹਨੇ, ਮੇਰੀ ਤਾਂ ਤਰੀਕ ਲੰਘ ਵੀ ਜਾਂਦੇ ਨੂੰ। ਉਹ ਗੱਲਾਂ ਸੁਣਦਾ, ਉਹਦੇ ਥੋੜਾ ਜਿਹਾ ਕੰਨ 'ਚ ਪੈਂਦਾ, ਉਹ ਕੰਡਕਟਰ ਉਧਰੋਂ ਕਹਿੰਦਾ ਯਾਰ ਮਾੜਾ ਮੋਟਾ ਖਿੱਚੀ ਚੱਲ, ਉਹ ਫਿਰ ਚੱਕਦਾ ਹੈ ਥੋੜੀ ਜਿਹੀ ਰੇਸ ਵਧਾਉਂਦਾ, ਉਹ ਫਿਰ ਉਹ ਕਹਿੰਦੇ ਆ ਇਹ ਮਾਰੂ ਆਪਾਂ ਨੂੰ ਰਾਹ 'ਚ। ਅੱਛਾ ਜੀ। ਇਹ ਆ ਹੁਣ ਉੱਤਰ ਚਲੀ ਥੱਲੇ। ਉਹ ਕਰਦੇ ਕਰਦੇ ਇਸ ਤਰ੍ਹਾਂ ਹੁੰਦਾ ਹੈ ਵੀ ਮੇਰਾ ਕਿਤੇ ਇੱਕ ਐਪੀਸੋਡ ਛਪਿਆ ਹੁੰਦਾ ਹੈ ਵੀ ਅਸੀਂ ਇੰਨੇ ਨਾ ਸ਼ੁਕਰ ਲੋਕ ਹੈ, ਸਵਾਰੀਆਂ ਪੈਸੇਂਜਰ ਵੀ ਜੇ ਡਰਾਈਵਰ ਅਸੀਂ ਤਾਂ ਜੇ ਗੱਡੀ ਮੋਗੋਂ ਨਿਕਲਦੀ ਹੈ ਤਾਂ ਜਗਰਾਮ ਤੋਂ ਪਹਿਲਾਂ ਸੌਂ ਜਾਂਦੇ ਸੀਟ ਤੇ ਕਰਕੇ, ਕਈਆਂ ਨੂੰ ਤਾਂ ਨੀਂਦ ਹੀ ਬੱਸ 'ਚ ਬੈਠ ਕੇ ਆਉਂਦੀ ਹੈ। ਜੀ ਬਿਲਕੁਲ ਸਹੀ ਗੱਲ ਹੈ। ਤੇ ਉਹ ਫਿਰ ਅਸੀਂ ਇੱਕ ਵਾਰ ਵੀ ਜਾ ਕੇ ਡਰਾਈਵਰ ਦਾ ਧੰਨਵਾਦ ਨਹੀਂ ਕੀਤਾ ਵੀ ਚੰਡੀਗੜ੍ਹ ਗਿਆ ਉਹ 2.5-4 ਘੰਟੇ ਦਾ ਸਫ਼ਰ ਹੈ ਵੀ ਤੁਹਾਡਾ ਤੁਸੀਂ ਅਸੀਂ ਤਾਂ ਸੁੱਤੇ ਆਏ ਤੁਸੀਂ ਲਿਆ ਯਾਰ ਤੁਹਾਡਾ ਧੰਨਵਾਦ। ਨਹੀਂ ਮੈਂ ਹਮੇਸ਼ਾ ਕਰਦਾ, ਤੁਸੀਂ ਬਹਾਦਰ ਬੰਦੇ ਹੋ ਹੈ। ਅੱਛਾ ਉਹ ਕਿਸੇ ਲੁਧਿਆਣੇ ਦੀ ਇੱਕ ਲੜਕੀ ਨੇ ਨਾ ਉਹ ਮੇਰਾ ਆਰਟੀਕਲ ਪੜ੍ਹ ਲਿਆ, ਉਹ ਜੋ ਚੰਡੀਗੜ੍ਹ ਉਤਰੀ, ਚੰਡੀਗੜ੍ਹ ਉਤਰ ਕੇ ਤੇ ਉਹ ਡਰਾਈਵਰ ਵਾਲੇ ਪਾਸ ਉਤਰ ਕੇ ਤੇ ਉਹ ਖਿੜਕੀ ਡਰਾਈਵਰ ਹੈ ਜੀ ਖਿੜਕੀ ਉੱਪਰ ਉਹ ਕਹਿੰਦੇ ਜੀ ਅੰਕਲ ਬਹੁਤ ਬਹੁਤ ਤੁਹਾਡਾ ਧੰਨਵਾਦ। ਉਹ ਕਹਿੰਦਾ ਉਤਰਿਆ ਥੱਲੇ, ਉਹ ਕਹਿੰਦਾ ਬੀਬਾ ਕਾਹਦਾ ਧੰਨਵਾਦ? ਕਹਿੰਦੀ ਜੀ ਅਸੀਂ ਤਾਂ ਸੁੱਤੇ ਆਂ ਅੱਧੀਆਂ ਸਵਾਰੀਆਂ ਤੇ ਤੁਸੀਂ ਸਾਨੂੰ ਚੰਡੀਗੜ੍ਹ ਲੈ ਆਏ, ਇੰਨਾ ਸੇਫ ਸਫ਼ਰ। ਉਹ ਕਹਿੰਦੇ ਅੱਖਾਂ ਭਰਿਆ ਡਰਾਈਵਰ, ਕਹਿੰਦਾ ਬੀਬਾ ਅਸੀਂ ਤਾਂ ਗਾਲਾਂ ਖਾਣ ਦੇ ਆਦੀ ਆਂ, ਸਾਨੂੰ ਸੁਣੀ ਜਾਂਦੀਆਂ ਹੁੰਦੀਆਂ। ਅੱਛਾ ਜੀ। ਵੀ ਜਿਹੜਾ ਕੁਝ ਤੁਸੀਂ ਪਿੱਛੇ ਬੋਲਦੇ ਹੋ ਤੇ ਪਰ ਅਸੀਂ ਹੁਣ ਕੰਨਾਂ 'ਚ ਕਹਿੰਦਾ ਇੱਧਰੋਂ ਸੁਣਦੇ ਇੱਧਰੋਂ ਕੱਢ ਦਿੰਦੇ ਆ। ਉਹ ਕਹਿੰਦਾ ਵੀ ਉਹ ਤਾਂ ਇੰਨਾ ਜਣੀ ਅੱਖਾਂ ਭਰ ਕੇ ਖੜ ਗਿਆ, ਕਹਿੰਦਾ ਪਹਿਲੇ ਲੜਕੇ ਜਿਹੜੇ ਕਿਸੇ ਸਵਾਰੀ ਨੇ ਸਾਡਾ ਧੰਨਵਾਦ ਕੀਤਾ। ਹਾਲਾਂਕਿ ਮੈਂ ਬਾਹਰ ਦੇਖਿਆ ਸੀ ਜਾ ਕੇ ਹਰ ਕੋਈ ਡਰਾਈਵਰ ਨੂੰ ਥੈਂਕਸ ਕਰਕੇ ਜਾਂਦੇ ਨੇ, ਤੇ ਸਾਡੇ ਵੱਲ ਆਵਾਜ਼ ਹੀ ਹੈ ਨਹੀਂ ਵੀ ਜਿਹੜਾ ਅਸੀਂ ਇੰਨੇ ਕਿਲੋਮੀਟਰ ਲੈ ਕੇ ਆਇਆ ਵਿਚਾਰਾ, ਉਹਨੂੰ ਬਿਨਾਂ ਗਾਣਾ ਤੋਂ ਕੁਝ ਨਹੀਂ ਕਰਦੇ। ਵਿੱਚ ਇਹ ਕੁਝ ਹੁੰਦਾ ਹੈ ਹੌਲੀ ਕਰ ਲਾ, ਹੈ ਤੇਜ਼ ਕਰ ਲਾ, ਪਹੁੰਚਾਉਂਦਾ ਕਿ ਨਹੀਂ ਪਹੁੰਚਾਉਂਦਾ। ਤੇ ਉਹ ਫਿਰ ਬਾਅਦ 'ਚ ਮੈਨੂੰ ਉਹ ਲੜਕੀ ਨੇ ਚਿੱਠੀ ਲਿਖੀ ਵੀ ਕਹਿੰਦੀ ਉਹ ਤਾਂ ਅੱਖਾਂ ਭਰਿਆ ਵਿਚਾਰਾ ਡਰਾਈਵਰ ਵਿਚਾਰਾ ਕੀ ਕਰੀਏ। ਉਹ ਫਿਰ ਛਪਿਆ ਸੀ ਬਾਅਦ 'ਚ। ਕੁਝ ਕਹਾਣੀਆਂ ਹੱਡਬੀਤੀ ਇੱਕ ਕਹਾਣੀ ਹੈ ਹੱਡਬੀਤੀਆਂ ਕਹਾਣੀਆਂ ਹੈ, ਲੇਕਿਨ ਇਹ ਬੜੀਆਂ ਰੌਚਕ ਹੁੰਦੀਆਂ ਨੇ। ਹਾਂਜੀ ਰੌਚਕ ਹੁੰਦੀਆਂ ਨੇ ਬਿਲਕੁਲ। ਦੇਖੋ ਜਦੋਂ ਕਹਾਣੀਆਂ ਸੁਣਦੇ ਆ ਦਿਮਾਗ 'ਚ ਇਦਾਂ ਆਉਂਦਾ ਕਿ ਇਹਦੇ 'ਚ ਕੁਝ ਮਿਠਾਸ ਹੈ, ਕੁਝ ਜ਼ਿੰਦਗੀ ਦੀ ਕੜਵੀ ਸੱਚਾਈ ਹੈ ਤੇ ਕੁਝ ਸਿੱਖਿਆ ਹੈ। ਮਨੋਰੰਜਨ ਨੂੰ ਜਦੋਂ ਅਸੀਂ ਕਹਾਣੀ ਨਾਲ ਜੋੜਦੇ ਆ ਤੇ ਕਈ ਵਾਰੀ ਆਉਂਦਾ ਕਿ ਕਹਾਣੀ ਚੱਲ ਰਹੀ ਹੈ ਵਿੱਚ ਗੀਤ ਪਾਉਣ ਦੀ ਸੋਚਦੇ ਆ, ਤੁਹਾਨੂੰ ਲੱਗਦਾ ਹੈ ਕਿ ਕਹਾਣੀਆਂ ਤੇ ਗੀਤਾਂ ਦਾ ਜਿਹੜਾ ਸੁਮੇਲ ਹੈ ਉਹ ਠੀਕ ਹੈ? ਨਹੀਂ ਦੇਖੋ ਇਹਦੇ ਨਾ ਦੋ ਤਰ੍ਹਾਂ ਦੇ ਵਿਚਾਰ ਨੇ ਜੀ। ਜੇ ਤਾਂ ਅਸੀਂ ਕਿਸੇ ਕਹਾਣੀ ਵਿੱਚ ਗੀਤ ਪਾਉਨੇ ਆ ਜੀ, ਇੱਕ ਤਾਂ ਹੈ ਵੀ ਜੇ ਤਾਂ ਉਹ ਸਬਜੈਕਟ ਨਾਲ ਸੰਬੰਧਿਤ ਹੈ ਜੀ ਔਰ ਬਹੁਤ ਲੰਮਾ ਨਹੀਂ ਜੀ, 1-2-4 ਦਾ ਕੋਈ ਟੋਟਕਾ ਹੈਗਾ, ਹੋ ਸਕਦਾ ਵੀ ਉਹ ਥੋੜਾ ਜਿਹਾ ਠੀਕ ਆ ਜੇ, ਪਰ ਜੋ ਕਹਾਣੀ ਦੇ ਵਿੱਚ ਗੀਤ ਆਏਗਾ ਤਾਂ ਉਸ ਦੇ ਸਾਰੇ ਪ੍ਰਭਾਵ ਨੂੰ ਉਹ ਖੰਡਿਤ ਕਰੂਗਾ ਕਹਾਣੀ ਦੇ ਜੀ, ਕਿਉਂਕਿ ਫਿਰ ਉਹ ਗੀਤ ਵੱਲ ਧਿਆਨ ਪਾਠਕ ਦਾ ਚਲਾ ਜਾਣਾ ਜੀ। ਕਹਾਣੀ ਇਹ ਇੱਕ ਵੱਖਰੀ ਗੱਲ ਹੈ, ਜੇ ਉਸੇ ਕਹਾਣੀ ਦਾ ਅਸੀਂ ਨਾਟਕੀ ਰੂਪਾਂਤਰ ਕਰਦੇ ਹਾਂ ਜੀ, ਉਸ ਨੂੰ ਸਟੇਜ ਤੇ ਦਿਖਾਉਂਦੇ ਆ ਜੀ, ਅਸੀਂ ਜਿਹੜਾ ਕੋਈ ਪ੍ਰਭਾਵ ਇੱਕ ਜਿਹੜਾ ਦ੍ਰਿਸ਼ ਜਿਹੜਾ ਉੱਥੇ ਮੰਚ ਕੀਤਾ ਜਾ ਰਿਹਾ ਹੈ ਹੋ ਰਿਹਾ ਹੈ, ਉਹਦੇ ਪਿੱਛੇ ਅਸੀਂ ਕੋਈ ਲੈ ਕੇ ਜਾਂਦੇ ਹਾਂ ਗੀਤ, ਬੈਕਗ੍ਰਾਉਂਡ ਤੇ ਗੀਤ ਵੱਜਦਾ ਹੈ, ਫਿਲਮਾਂ ਵਿੱਚ ਵੀ ਇਸ ਤਰ੍ਹਾਂ ਵੱਜਦੇ ਨੇ, ਉਹ ਪ੍ਰਭਾਵ ਨੂੰ ਹੋਰ ਡੂੰਘਾ ਕਰਦਾ ਹੈ, ਹੋਰ ਉਹਨੂੰ ਉਭਾਰਦਾ ਹੈ। ਔਰ ਇਹ ਅਲੱਗ-ਅਲੱਗ ਨੇ ਕਹਾਣੀ ਦੇ ਵਿੱਚ, ਜਿਹੜਾ ਗੀਤ ਜਿਹੜਾ ਹੈ ਮੈਂ ਸਮਝਦਾ ਵੀ ਨਹੀਂ ਉਹਦੇ ਪ੍ਰਭਾਵ ਨੂੰ ਥੋੜਾ ਜਿਹਾ ਖੰਡਿਤ ਕਰਦਾ ਹੈ, ਤੇ ਨਾਟਕਾਂ ਵਿੱਚ ਤਾਂ ਚੱਲਦਾ। ਮੇਰਾ ਦਾਗਿਸਤਾਨ ਬੜੀ ਮਸ਼ਹੂਰ ਕਿਤਾਬ ਹੈ, ਉਹ ਵੀ ਰਸ਼ੀਆ ਤੋਂ ਹੀ ਆਈ ਹੈ। ਬਿਲਕੁਲ। ਉਹਦੇ ਵਿੱਚ ਉਹ ਲਿਖਦੇ ਨੇ ਕਿ ਜਿਸ ਨੂੰ ਗੀਤ ਗਾਣਾ ਆਉਂਦਾ ਉਹ ਗੀਤ ਗਾਵੇ, ਜੇ ਗੀਤ ਗਾਣਾ ਨਹੀਂ ਆਉਂਦਾ ਤਾਂ ਕਹਾਣੀ ਸੁਣਾਓ, ਤੇ ਜੇ ਕਹਾਣੀ ਸੁਣਾਉਣੀ ਨਹੀਂ ਆਉਂਦੀ ਤੇ ਗੀਤ ਗਾਓ। ਤੇ ਮੇਰੀ ਬਜ਼ੁਰਗੀ ਹਮੇਸ਼ਾ ਗੀਤ ਨਹੀਂ ਗਾਏਗੀ, ਮੇਰੀ ਬਜ਼ੁਰਗੀ ਹਮੇਸ਼ਾ ਕਹਾਣੀ ਸੁਣਾਏਗੀ, ਤੇ ਮੇਰੀ ਨੌਜਵਾਨੀ ਹਮੇਸ਼ਾ ਗੀਤ ਗਾਏਗੀ। ਉਹਨਾਂ ਨੇ ਇਹ ਇਦਾਂ ਦਰਜ ਕੀਤਾ ਉਹਦੇ ਵਿੱਚ, ਉਹੀ ਤੁਸੀਂ ਫਿਲਮਾਂ ਦੀ ਜੋ ਗੱਲ ਕਰ ਰਹੇ ਹੋ। ਬਿਲਕੁਲ। ਸੋ ਜਦੋਂ ਲਿਖਤੀ ਰੂਪ ਦੇ ਵਿੱਚ ਕਹਾਣੀ ਹੈ ਤੇ ਉਸ ਦਾ ਅਸੀਂ ਨਾਟਕੀਕਰਨ ਕਰਦੇ ਹਾਂ, ਸਕਰੀਨ ਦੇ ਉੱਤੇ ਦਿਖਾਉਂਦੇ ਹਾਂ। ਤੁਹਾਡੀਆਂ ਵੀ ਕਈ ਕਹਾਣੀਆਂ ਨੂੰ ਜਲੰਧਰ ਦੂਰਦਰਸ਼ਨ ਤੇ ਫਿਲਮਾਇਆ ਗਿਆ, ਕਿੰਨਾ ਕੁ ਅਸਰ ਪੈਂਦਾ ਹੈ, ਕਿੰਨਾ ਕੁ ਆਧਾਰ ਮਿਲਦਾ, ਕਿੰਨੀ ਕੁ ਸਪੋਰਟ ਮਿਲਦੀ ਹੈ? ਨਹੀਂ ਦੇਖੋ ਇਹਦੇ 'ਚ ਤਾਂ ਹੈ ਵੀ ਦੇਖੋ ਕਹਾਣੀ 5, 10, 20, 50, 100 ਬੰਦਾ ਪੜ੍ਹੂਗਾ, 200 ਬੰਦਾ ਪੜ੍ਹ ਲੂਗਾ। ਜਿਹੜਾ ਤੁਸੀਂ ਟੈਲੀਕਾਸਟ ਕਰਦੇ ਹੋ
ਕਹਾਣੀ ਨੂੰ ਹਾਂਜੀ। ਉਹ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਨੂੰ ਦੇਖਦੇ ਨੇ ਔਰ ਅਸਰ ਪੈਂਦਾ ਔਰ ਬਾਅਦ ਚ ਪੁੱਛਦੇ ਫੋਨ ਵੀ ਕਰਦੇ ਵਿੱਚ ਉਹ ਦੇਖਿਆ ਸੀ। ਫਿਰ ਲੇਖਕ ਦਾ ਆਪਣਾ ਵੀ ਹੁੰਦਾ ਵੀ ਜਿਹੜਾ ਮੇਰਾ ਪਾਤਰ ਕ੍ਰੀਏਟ ਕੀਤਾ ਹੈ, ਸਿਰਜਿਆ ਹੋਇਆ ਹੈ, ਉਹ ਮੈਂ ਸਾਹਮਣੇ ਦੇਖ ਰਿਹਾ ਹਾਲਾਂਕਿ ਉਹ ਵੱਖਰਾ ਹੁੰਦਾ, ਰੂਪ ਹੁੰਦਾ, ਪਰ ਲੇਖਕ ਨੂੰ ਅੱਛਾ ਲੱਗਦਾ ਹੈ ਵੀ ਇੱਕ ਕਿਸਮ ਦੀ ਉਹਨੂੰ ਪ੍ਰਵਾਨਗੀ ਮਿਲਦੀ ਉਸ ਰਚਨਾ ਨੂੰ ਵੀ ਇਹ ਰਚਨਾ ਜਿਹੜੀ ਹੈ ਇਸ ਤਰ੍ਹਾਂ ਦਿਖਾਈ ਵੀ ਜਾ ਸਕਦੀ ਆ ਔਰ ਜ਼ਿੰਦਗੀ ਦੇ ਜਾਂ ਜੀਵਨ ਦੇ ਸਾਡੇ ਇੰਨੇ ਨੇੜੇ ਹੈ ਔਰ ਇਹ ਗੱਲਾਂ ਜਿਹੜੀਆਂ ਉਹ ਅੱਛੀਆਂ ਲੱਗਦੀਆਂ ਨੇ। ਇੱਕ ਹੋਰ ਉਹਨੂੰ ਮੰਚ ਮਿਲਦਾ ਹੈ ਜੀ। ਜਦੋਂ ਲੇਖਕ ਕਹਾਣੀ ਦੀ ਰਚਨਾ ਕਰਦਾ ਕਿਤੇ ਨਾ ਉਹ ਗੱਲਾਂ ਉਹਦੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ, ਕਦੇ ਉਹ ਸਮਾਜ ਨੂੰ ਲਿਖਦਾ ਕਾਗਜ਼ ਦੇ ਉੱਤੇ, ਤੇ ਹਰ ਬੰਦੇ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਕਈ ਵਾਰੀ ਤਾਂ ਚਲੋ ਉਹਨੇ ਸਮਾਜ ਲਈ ਲਿਖਿਆ ਪਰ ਪਾਠਕ ਨੂੰ ਇਦਾਂ ਲੱਗਦਾ ਕਿਤੇ ਲੇਖਕ ਨਾਲ ਆਪ ਤਾਂ ਨਹੀਂ ਹੋਇਆ ਆ। ਦੇਖੋ ਇਹ ਉਹਦੀ ਕਲਾਤਮਕਤਾ ਹੈ, ਇਹ ਉਹਦੀ ਕਲਾ ਹੈ ਲੇਖਕ ਦੀ। ਜੇ ਫਰਜ਼ ਕਰੋ ਆਮ ਕਰਕੇ ਲੇਖਕ ਆਪਣੇ ਜੀਵਨ ਦੇ ਅਨੁਭਵ ਵਿੱਚੋਂ ਜਾਂ ਆਪਣੇ ਆਂਢ ਗੁਆਂਢ ਦੇ ਵਿੱਚ ਦੇਖੇ ਵਿੱਚੋਂ ਜਾਂ ਆਪਣੇ ਆਸੇ-ਪਾਸੇ ਦੇ ਲੋਕਾਂ ਤੋਂ ਸੁਣੇ ਸੁਣਾਏ ਵਿੱਚੋਂ ਜਾਂ ਕਿਤਾਬਾਂ ਵਿੱਚੋਂ ਪੜ੍ਹੇ ਵਿੱਚੋਂ ਉਹਦੇ ਵਿੱਚੋਂ ਲਿਖਦਾ, ਹੋਰ ਤੱਕ ਤੋਂ ਆਉਂਦਾ ਨਹੀਂ, ਆਕਾਸ਼ਬਾਣੀ ਤੋਂ ਉਹਨੂੰ ਹੁੰਦੀ ਨਹੀਂ। ਉਹਦੇ ਵਿੱਚੋਂ ਜਦੋਂ ਉਹ ਗੱਲਾਂ ਕਰਦਾ ਹੈ ਕਈ ਵਾਰੀ ਉਹ ਇੰਨਾ ਉਹਦੇ ਅੰਦਰ ਉਤਰ ਜਾਂਦਾ ਹੈ, ਇੰਨਾ ਆਤਮਸਾਤ ਹੋ ਜਾਂਦਾ ਉਸ ਘਟਨਾ ਨਾਲ, ਜਦ ਉਹ ਇੰਨਾ ਉਹਦੇ ਅਭਿਵਿਅਕਤੀ ਜਿਹੜੀ ਇੰਨੀ ਤੀਖਣ ਉਹਨੂੰ ਅੰਦਰਲੇ ਪਾਸੇ ਵਸਾ ਲੈਂਦਾ ਹੈ। ਉਹਨੂੰ ਐਂ ਲੱਗਦਾ ਵੀ ਜੇ ਮੇਰੇ ਨਾਲ ਵਾਪਰੀ ਹੈ, ਜੇ ਮੇਰੇ ਨਾਲ ਵਾਪਰੀ ਹੈ ਤਾਂ ਕਈ ਵਾਰੀ ਪਾਠਕ ਪੜ੍ਹਦਾ ਵੀ ਹੈ ਤਾਂ ਮੇਰੇ ਨਾਲ ਵੀ ਵਾਪਰੀ ਹੋ ਸਕਦੀ ਹੈ। ਬਿਲਕੁਲ। ਤੇ ਇਸ ਕਰਕੇ ਮੈਨੂੰ ਕਈ ਵਾਰੀ ਇਸ ਤਰ੍ਹਾਂ ਫੋਨ ਆਉਂਦੇ ਆ ਵੀ ਆਹ ਜਿਹੜਾ ਨਾਵਲ ਜਿਹੜਾ ਤੁਹਾਡਾ ਮੈਂ ਪੜ੍ਹਿਆ ਤਾਂ ਕਹਿੰਦਾ ਸਾਡੇ ਪਿੰਡ ਦੇ ਪਾਤਰ ਨੇ, ਇਹ ਤਾਂ ਸਾਡੇ ਪਿੰਡ ਦੀ ਕਹਾਣੀ ਹੈ। ਉਹ ਮੈਂ ਕਿਹਾ ਹਰ ਪਿੰਡ ਦੀ ਕਹਾਣੀ ਹੈ ਭਾਈ, ਇਹ ਮੇਰੀ ਵੀ ਕਹਾਣੀ ਹੈ। ਤਾਂ ਸਾਰਾ ਇਸ ਤਰ੍ਹਾਂ ਚੱਲਦਾ ਹੈ, ਯਥਾਰਥ ਤੇ ਕਲਪਨਾ ਦੋਵਾਂ ਦਾ ਸੁਮੇਲ ਹੈ। ਤੁਸੀਂ ਉਸ ਦੇ ਘਟਨਾ ਦੇ ਨਾਲ ਕਿੰਨਾ ਨੇੜੇ ਉਹਨੂੰ ਆਪਣੇ ਆਪ ਨੂੰ ਮਹਿਸੂਸ ਕੀਤਾ, ਕਹਿੰਦੇ ਨੇ ਕਿ ਜੋੜਦੇ ਹੋ, ਇਹ ਬਹੁਤ ਜ਼ਰੂਰੀ ਜੀ। ਜਦੋਂ ਮੈਂ ਲਿਖਦਾ ਨਾ, ਇਹ ਕਹਿੰਦੇ ਨੇ ਲੇਖਕ ਤਾਂ ਆਪਣੇ ਅੰਦਰ ਜਿਹੜਾ ਕੋਈ ਜ਼ਖਮ ਹੁੰਦਾ ਹੈ ਉਹਨੂੰ ਭਰਨ ਦੀ ਕੋਸ਼ਿਸ਼ ਕਰਦਾ ਤੇ ਯਥਾਰਥ ਦੇ ਨਾਲ ਕਲਪਨਾ ਨੂੰ ਵੀ ਜੋੜਦਾ। ਕਈ ਵਾਰੀ ਇਸ ਤਰ੍ਹਾਂ ਹੋਇਆ, ਮੈਂ ਨਾਵਲ ਲਿਖ ਰਿਹਾ ਸੀ ਸੂਰਜ ਕਦੇ ਮਰਦਾ ਨਹੀਂ, ਊਧਮ ਸਿੰਘ ਬਾਰੇ, ਔਰ ਜਦੋਂ ਉਸ ਨੂੰ ਫਾਂਸੀ ਦੇਣ ਲੱਗੇ ਸੀ ਨਾ, ਮੈਂ ਲਿਖ ਰਿਹਾ ਸੀ ਸਾਰਾ ਸਮਾਂ, ਤਾਂ ਮੈਨੂੰ ਆਵਾਜ਼ ਆਈ ਵੀ ਰੋਟੀ ਖਾ ਲਓ। ਉਹ ਮੈਂ ਕਿਹਾ ਮੈਨੂੰ ਭੁੱਖ ਨਹੀਂ ਹੈ। ਕਹਿੰਦੇ ਕੀ ਵਾਲਾ ਚਿਹਰਾ ਆਇਆ? ਮੈਂ ਕਿਹਾ ਅੱਜ ਊਧਮ ਸਿੰਘ ਨੂੰ ਫਾਂਸੀ ਦੀ ਤਿਆਰੀ ਹੋ ਰਹੀ ਹੈ। ਯਾਨੀ ਕਿੰਨਾ ਤੁਸੀਂ ਆਪਣੇ ਆਪ ਨੂੰ ਮਨੁੱਖ ਆਪਣੇ ਅੰਦਰ ਤੁਹਾਡਾ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਜਿੰਨੇ। ਔਰ ਇਵਨ ਤੁਹਾਨੂੰ ਜੇ ਸਮਾਂ ਹੈ ਤਾਂ ਉਹ ਟਾਲਸਟਾਏ ਦੀ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ। ਜੀ। ਟਾਲਸਟਾਏ ਇੱਕ ਪਾਤਰ ਚਿੱਤਰ ਰਿਹਾ ਸੀ, ਉਸਦੇ ਪਾਤਰ ਨੇ ਜ਼ਹਿਰ ਖਾਣੇ ਸੀ ਜੀ, ਜ਼ਹਿਰ ਖਾ ਲਈ ਤੇ ਉਹ 2-4 ਦਿਨਾਂ ਬਾਅਦ ਉਹਨੂੰ ਬੁਖਾਰ ਹੋ ਗਿਆ ਟਾਲਸਟਾਏ ਨੂੰ ਜੀ। ਟਾਲਸਟਾਏ ਨੂੰ ਬੁਖਾਰ ਹੋ ਗਿਆ, ਉਹ ਹੌਲੀ ਉਹਨੂੰ ਹਸਪਤਾਲ ਲੈ ਗਏ। ਉਹ ਦੇਖ ਰਹੇ ਆ ਵੀ ਨੀਲਾ ਹੋ ਰਿਹਾ ਉਹਦਾ ਚਮੜੀ ਉਹਦੀ। ਉਹ ਡਾਕਟਰ ਬਲੱਡ ਟੈਸਟ ਕਰਦਾ ਹੈ, ਉਹ ਪੁੱਛਦਾ ਉਹਦੀ ਮਿਸਿਸ ਨੂੰ, ਕਹਿੰਦਾ ਵੀ ਇਹ ਕਿਤੇ ਜ਼ਹਿਰ ਜ਼ੂਰ ਤਾਂ ਨਹੀਂ ਇਹਨੇ ਖਾ ਲਿਆ? ਕਹਿੰਦੇ ਨਹੀਂ। ਔਰ ਉਹ ਹੈਰਾਨ ਹੈ, ਉਹ ਕਹਿੰਦੇ ਵੀ ਤੁਸੀਂ ਇੰਨਾ ਉਹਦੀ ਸੋਚ ਉਹਦੇ ਅੰਦਰ ਵੜ ਗਈ ਤੇ ਉਹਦੇ ਅੰਦਰ ਉਹ ਪੈਦਾ ਹੋਣ ਲੱਗ ਗਿਆ ਸਿੰਪਟਮਸ ਪੈਦਾ। ਔਰ ਉਹਨੂੰ ਕਹਿੰਦੇ ਵੀ ਕੀ ਕਰ ਰਹੇ ਹੋ? ਦੱਸਿਆ ਸਾਰਾ ਕੁਝ। ਉਹ ਕਹਿੰਦੇ ਲਿਖਣਾ ਬੰਦ ਕਰ ਦੇ। ਉਹਨੇ ਲਿਖਣਾ ਬੰਦ ਕਰਤਾ। 6 ਮਹੀਨੇ 7 ਮਹੀਨੇ ਰੱਖਤਾ ਉਹ ਜੀ। ਉਹ ਲੱਗਦਾ ਉਹ ਠੀਕ ਹੋ ਗਿਆ। ਜਦੋਂ ਫਿਰ 6 ਮਹੀਨੇ ਬਾਅਦ ਸ਼ੁਰੂ ਕੀਤਾ, ਕਹਿੰਦੇ ਸ਼ੁਰੂ ਕਰ ਲਿਆ, ਫਿਰ ਬਿਮਾਰ ਹੋ ਗਿਆ, ਫਿਰ ਛੱਡਤਾ। ਯਾਨੀ ਕਈ ਵਾਰੀ ਲੇਖਕ ਆਪਣੇ ਆਪ ਨੂੰ ਇੰਨਾ ਮਹਿਸੂਸ ਕਰ ਲਾ ਪੈਂਦਾ ਹੈ ਵੀ ਉਹ ਜ਼ਹਿਰ ਮੇਰੇ ਪਾਤਰ ਨੇ ਨਹੀਂ ਖਾਦਾ, ਜਾਂ ਫਾਂਸੀ ਮੇਰਾ ਪਾਤਰ ਨਹੀਂ ਚੜ ਰਿਹਾ, ਜਾਂ ਫਲਾਣੇ ਨੂੰ ਕਤਲ ਨਹੀਂ ਕੀਤਾ ਜਾ ਰਿਹਾ, ਮੈਨੂੰ ਕੀਤਾ ਜਾ ਰਿਹਾ। ਉਹ ਜਦੋਂ ਫਿਰ ਲਿਖਤ ਬਾਹਰ ਆਉਂਦੀ ਹੈ ਤੇ ਉਹ ਵਾਕਿਆ ਪਾਠਕਾਂ ਦੇ ਉੱਤੇ ਅਸਰ ਕਰਦੀ ਹੈ। ਉਹ ਬਿਲਕੁਲ ਉਹ ਲੱਗਦਾ ਸਾਰਾ ਕੁਝ ਮੇਰੇ ਨਾਲ ਵਾਪਰ ਰਿਹਾ। ਬਿਲਕੁਲ। ਜਦੋਂ ਆਪਾਂ ਕੋਈ ਕਹਾਣੀ ਲਿਖਣੀ ਹੋਵੇ, ਇੱਕ ਆਮ ਇਨਸਾਨ ਨੇ ਕਹਾਣੀ ਲਿਖਣੀ ਹੋਵੇ, ਦਿਮਾਗ 'ਚ ਉਹਦੇ ਕੀ ਆਵੇ, ਕਿਵੇਂ ਉਸ ਕਹਾਣੀ ਦੀ ਸਿਰਜਣਾ ਕਰੇ? ਦੇਖੋ ਐ ਤਾਂ ਕਹੇ ਤੋਂ ਐ ਜਿਹੜਾ ਸੋਚ ਕੇ ਤਾਂ ਨਹੀਂ ਲਿਖਿਆ ਜਾ ਸਕਦਾ ਵੀ ਮੈਂ ਵੀ ਲਿਖਣੀ ਹੈਗੀ ਹੈ। ਕਈ ਵਾਰੀ ਤੁਹਾਡੇ ਅੰਦਰ ਚਾਹੇ ਇਹਨੂੰ ਕਹਿ ਦਿਓ ਵੀ ਆਪਾਂ ਕੋਈ ਕੁਦਰਤ ਵੱਲੋਂ ਹੀ ਵਰਦਾਨ ਮਿਲਿਆ ਹੁੰਦਾ ਹੈ, ਜਾਂ ਗੋਡ ਗਿਫਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਾਂ ਤੁਹਾਡੇ ਅੰਦਰ ਕੋਈ ਚੀਜ਼ ਨੂੰ ਪਰਤੱਖਣ ਦੀ, ਦੇਖਣ ਦੀ ਇੰਨੀ ਸੰਵੇਦਨਸ਼ੀਲਤਾ ਹੈ ਵੀ ਤੁਸੀਂ ਉਸ ਨੂੰ ਇੰਨਾ ਡੀਪਲੀ ਦੇਖ ਰਹੇ ਹੋ ਤੇ ਉਹ ਤੁਸੀਂ ਤੁਹਾਡੇ ਅੰਦਰ ਜੇ ਉਹ ਕਲਾ ਹੈ ਉਸ ਤਰ੍ਹਾਂ ਦੀ ਲਿਖਣ ਦੀ ਕਿ ਮੈਂ ਆਹ ਗੱਲ ਜਿਹੜੀ ਘਟਨਾ ਲਿਖਣੀ ਚਾਹੁੰਦਾ, ਤੇ ਉਹ ਅਭਿਆਸ ਨਾਲ ਹੌਲੀ ਹੌਲੀ ਸ਼ੁਰੂ ਕਹਿੰਦੇ ਨੇ ਕਿ ਲੇਖਕ ਦੀ ਜਿਹੜੀ ਪਹਿਲੀ ਰਚਨਾ ਹੁੰਦੀ ਹੈ ਉਹੀ ਓਰੀਜਨਲ ਹੁੰਦੀ ਹੈ, ਬਾਕੀ ਤਾਂ ਜਿਹੜੀਆਂ ਉਹ ਬਾਅਦ ਵਿੱਚ ਲਿਖਦਾ ਉਹ ਸਾਰੀਆਂ ਉਹਦੀ ਕਾਪੀ ਹੁੰਦੀਆਂ ਨੇ। ਬਾਅਦ 'ਚ ਫਿਰ ਇੰਨਾ ਇਹਨੇ ਦੇਖੋ, ਇੱਕ ਤਾਂ ਅਭਿਆਸ ਨਾਲ, ਤਪੱਸਿਆ ਨਾਲ ਉਹਨੂੰ ਆ ਜਾਂਦਾ ਹੈ ਵੀ ਆਹ ਗੱਲ ਮੈਂ ਇਸ ਤਰ੍ਹਾਂ ਕਹਿਣੀ ਆ ਔਰ ਇਹਦੇ 'ਚ ਸਮਾਜ ਨੂੰ ਮੈਂ ਕੀ ਮੈਸੇਜ ਦੇਣਾ, ਉਹ ਬੜਾ ਜ਼ਰੂਰੀ ਹੁੰਦਾ ਤੁਹਾਡਾ। ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਸਾਰੀਆਂ ਲਿਖਤਾਂ ਬਾਕੀ ਦੀਆਂ ਸੜਕਨਾਮਾ ਵਿੱਚੋਂ ਹੀ ਨਿਕਲੀਆਂ ਨੇ? ਨਹੀਂ, ਮੈਨੂੰ ਲੱਗਦਾ ਹੁੰਦਾ ਵੀ ਉਹ ਇੱਕ ਖਾਸ ਇਹੋ ਜਿਹਾ ਬੂਟਾ ਲੱਗ ਗਿਆ ਜਿਹਦੇ ਵਿੱਚ ਉਹ ਸਾਰੀਆਂ ਸ਼ਾਖਾਂ ਨਿਕਲ ਰਹੀਆਂ, ਉਹ ਸਾਰਾ ਬੂਟਾ ਰਹਿ ਜਾਂਦਾ। ਜਦੋਂ ਬਲਦੇਵ ਸਿੰਘ ਸੜਕਨਾਮਾ ਲਿਖਦੇ ਨੇ, ਉਹ ਕਿਹੋ ਜਿਹੇ ਮਾਹੌਲ 'ਚ ਲਿਖਣਾ ਪਸੰਦ ਕਰਦੇ ਨੇ? ਉਹਨਾਂ ਦੇ ਦਿਮਾਗ ਦੇ ਵਿੱਚ ਕੀ
ਬਣ ਰਿਹਾ ਹੁੰਦਾ ਹੈ? ਨਹੀਂ ਕੋਈ ਖਾਸ ਨਹੀਂ। ਜਦੋਂ ਮੈਂ ਕਈ ਵਾਰੀ ਵੱਡੇ ਲੇਖਕਾਂ ਦੀ ਜੀਵਨੀ ਪੜ੍ਹਦਾ ਨਾ, ਕੋਈ ਆਪਣਾ ਮਿਊਜ਼ਿਕ ਲਾ ਕੇ ਬੈਠਾ ਹੋਇਆ ਹੈ, ਕੋਈ ਸਗੰਧਤ ਮੋਮਬੱਤੀ ਲਾ ਕੇ ਬੈਠਾ ਹੋਇਆ ਹੈ, ਉਹ ਆ ਰਿਹਾ ਹੈ, ਕੋਈ ਪਿੱਛੋਂ ਪਤਾ ਨਹੀਂ ਲਾਲ ਬੱਤੀ ਲਾਲ ਰੋਸ਼ਨੀ 'ਚ ਲਿਖ ਰਿਹਾ ਹੁੰਦਾ, ਪਾਣੀ 'ਚ ਪੈਰ ਪਾ ਕੇ ਬੈਠਾ ਹੋਇਆ, ਕੋਈ ਪੀਲੇ ਕਾਗਜ਼ ਦੇ ਉੱਤੇ ਲਿਖ ਰਿਹਾ ਹੋਇਆ। ਇੱਕ ਦਾ ਮੈਂ ਪੜ੍ਹਿਆ ਸੀ, ਪਤਾ ਨਹੀਂ ਮੱਥੇ ਉੱਤੇ ਬਾਮ ਮਲ ਕੇ ਬੈਠਾ ਹੋਇਆ। ਅੱਛਾ ਜੀ। ਤੇ ਨਹੀਂ, ਮੇਰਾ ਕੁਝ ਨਹੀਂ, ਘਰ 'ਚ ਰੌਲਾ ਪਈ ਜਾਵੇ, ਮੇਰਾ ਕਮਰਾ ਹੈਗਾ, ਮੇਰਾ ਪੈਨ ਹੈਗਾ, ਮੇਰੇ ਕੋਲ ਕਾਗਜ਼ ਹੈਗਾ। ਤੇ ਅੱਛਾ, ਜੇ ਕੋਈ ਕਈ ਵਾਰੀ ਹੁੰਦਾ ਵੀ ਡਿਸਟਰਬ ਨਹੀਂ ਕਰਨਾ, ਦੇਖਿਓ ਕਿਤੇ ਉਹ ਫਲਾਣਾ ਲਿਖ ਰਿਹਾ ਜੀ, ਆਇਆ ਨਾ ਕਰੋ, ਜੋ ਨਾ ਕਰੋ। ਉਹ ਜਦੋਂ ਕੋਈ ਮੈਨੂੰ ਆਵਾਜ਼ ਮਾਰਦਾ, ਮੇਰੇ ਜੇ ਮੈਂ ਕੋਈ ਇੱਕ 4 ਸ਼ਬਦ ਅੱਖਰਾਂ ਦਾ ਇੱਕ ਸ਼ਬਦ ਲਿਖਣਾ, 2 ਪਾਏ ਹੁੰਦੇ, 2 ਰਹਿੰਦੇ, ਉੱਤੇ ਛੱਡ ਕੇ ਉੱਠ ਕੇ ਉਹਨੂੰ ਮਿਲਣ ਤੁਰ ਜਾਂਦਾ, ਬਾਕੀ 2 ਆ ਕੇ ਪੂਰੇ ਕਰ ਲੈਂਦੇ। ਐਂ ਨਹੀਂ ਵੀ ਮੈਂ ਖੰਡਤ ਹੋ ਗਿਆ ਜੀ, ਹੁਣ ਮੈਨੂੰ ਮੇਰੇ ਪਤਾ ਨਹੀਂ ਕਿੱਧਰ ਗਿਆ, ਭੁੱਲ ਗਿਆ ਜੀ, ਉਹ ਕਰਕੇ। ਇਹੋ ਜਿਹੀ ਕੋਈ ਗੱਲ ਨਹੀਂ। ਇੱਕ ਸਧਾਰਨ ਆਮ ਘਰੇਲੂ ਬੰਦੇ ਵਾਂਗੂ ਘਰ 'ਚ ਰਹਿਣਾ ਮੈਂ। ਜਦੋਂ ਕਈ ਵਾਰੀ ਰੌਲਾ ਪੈ ਜਾਂਦਾ ਹੁੰਦਾ, ਕਈ ਵਾਰੀ ਉਹ ਸਾਡੇ ਨਾ ਇੱਕ, ਖੈਰ ਚਲੋ ਉਹ ਗੱਲ ਇੱਥੇ ਨਹੀਂ ਕਹਿਣੀ, ਠੀਕ, ਧਰਮ 'ਚ ਆ ਜਾਂਦੀ ਉਹ ਬੰਦਾ। ਸਾਡੇ ਦਰਸ਼ਕ ਚਾਹੁੰਦੇ ਨੇ ਕਿ ਕੋਈ ਦਿਲ ਦੀ ਗੱਲ ਜੋ ਤੁਸੀਂ ਸਾਂਝੀ ਕਰੋ, ਵੀ ਤੁਸੀਂ ਸਾਡੇ ਦਰਸ਼ਕਾਂ ਤੋਂ ਕੀ ਚਾਹੁੰਦੇ ਹੋ, ਕਿੱਦਾਂ ਸਾਹਿਤ ਨਾਲ ਜੁੜਨ, ਕੀ ਕੁਝ ਪੜ੍ਹਨ? ਦੇਖੋ, ਮੈਂ ਇਹ ਚਾਹੁੰਦਾ ਵੀ ਦੇਖੋ, ਅੱਜ ਦੇ ਸਮੇਂ ਵਿੱਚ ਜਦੋਂ ਮੋਬਾਈਲ ਦਾ ਜਾਂ ਨੈੱਟ ਦਾ, ਮੀਡੀਆ ਦਾ ਬਹੁਤ ਇੱਕ ਕਿਸਮ ਦਾ ਨਾ ਹਮਲਾ ਕੀਤਾ ਹੋਇਆ ਹੈ, ਬਿਲਕੁਲ, ਤੇ ਇਸ ਦੌਰ ਦੇ ਵਿੱਚ ਪੁਸਤਕਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਪੁਸਤਕਾਂ ਨਾਲ ਜੁੜਨਾ ਇੰਨਾ ਜ਼ਰੂਰੀ ਹੈ, ਤੁਹਾਨੂੰ ਤਣਾਅ 'ਚੋਂ ਕੱਢਣਗੀਆਂ, ਇਹ ਤੁਹਾਡੀਆਂ ਸਭ ਤੋਂ ਚੰਗੀਆਂ ਦੋਸਤ ਨੇ, ਤੁਹਾਤੋਂ ਮੰਗਣਗੀਆਂ ਕੁਛ ਨਹੀਂ, ਤੁਹਾਨੂੰ ਦੇਣਗੀਆਂ। ਤੁਹਾਨੂੰ ਇੱਥੇ ਆਪਣੇ ਕਮਰੇ 'ਚ ਬੈਠੇ ਨੂੰ ਅਮਰੀਕਾ ਕੈਨੇਡਾ ਦੀ ਸੈਰ ਕਰਾਉਣਗੀਆਂ। ਤੁਸੀਂ ਇਹੋ ਜਿਹੇ ਥਾਵਾਂ ਤੇ ਤੁਹਾਨੂੰ ਬਿਨਾਂ ਹਵਾਈ ਜਹਾਜ਼ ਤੋਂ, ਬਿਨਾਂ 에ਅਰਪਲੇਨ ਤੋਂ ਤੁਹਾਨੂੰ ਉਡਾ ਕੇ ਕੈਨੇਡਾ ਲੈ ਜਾਣਗੀਆਂ। ਇੰਨੀਆਂ ਕਮਾਲ ਦੀਆਂ ਕਿਤਾਬਾਂ ਨੇ। ਇੱਕ ਅਮੀਰ ਬੰਦੇ ਨੂੰ ਝੋਲੇ ਵਿੱਚ ਉਹਦੀਆਂ ਕਿਤਾਬਾਂ ਸੀ, ਉਹਨਾਂ ਨੇ ਕਿਹਾ ਤੇ ਨੋਟ ਲੈ ਕੇ ਨਿਕਲਿਆ, ਚੋਰਾਂ ਨੇ ਉਹਨੂੰ ਚੁੱਕ ਲਿਆ। ਅੱਛਾ ਜੀ। ਡਾਕੂਆਂ ਨੇ ਚੁੱਕ ਲਿਆ ਤੇ ਗਾਂਹ ਦੇਖਿਆ ਤੇ ਵੀ ਉਹਦੇ ਕੋਲ ਕਿਤਾਬਾਂ ਨਿਕਲੀਆਂ ਝੋਲੇ 'ਚੋਂ। ਉਹ ਕਿਤਾਬਾਂ ਨਿਕਲੀਆਂ ਤੇ ਉਹਦੇ ਪਿਓ ਨੂੰ ਫੋਨ ਕਰਦੇ ਆ ਵੀ 5 ਕਰੋੜ ਰੁਪਇਆ ਦੇ ਜਾ, ਉਹਦਾ ਮੁੰਡਾ ਲੈ ਜਾਣਾ। ਤਾਂ ਉਹਨੇ 2-3 ਦਿਨ ਗੋਲਿਆ ਇਹਨਾਂ ਗੋਲਿਆਂ ਨਾਲ, ਤਾਂ ਜਿਹੜੇ ਡਾਕੂ ਸੀਗੇ ਉਹਦੀਆਂ ਕਿਤਾਬਾਂ ਚੁੱਕ ਕੇ ਪੜ੍ਹਨ ਲੱਗ ਗਏ। ਉਹ ਕਿਤਾਬਾਂ 'ਚ ਉਹ ਇੱਕ ਉਹਨਾਂ ਡਾਕੂਆਂ ਸਰਦਾਰ ਕਹਿੰਦਾ, ਆਪਾਂ ਡਾਕਾ ਮਾਰਨ ਚੱਲਣਾ। ਉਹ ਕਹਿੰਦੇ ਯਾਰ ਥੋੜਾ ਜਿਹਾ ਕਾਂਡ ਰਹਿ ਗਿਆ। ਉਹਨੇ ਫਿਰ ਉਹਦੇ ਪਿਓ ਨੂੰ ਫੋਨ ਕੀਤਾ, ਕਹਿੰਦਾ ਆਪਦਾ ਮੁੰਡਾ ਲੈ ਜਾ, ਕਹਿੰਦਾ 2 ਕਰੋੜ ਹੀ ਦੇ ਦੇ। ਉਹਨੇ ਫਿਰ ਨਾ ਗੋਲਿਆ, ਉਹਨੇ ਫਿਰ ਉਹ ਕਿਤਾਬਾਂ ਨੂੰ ਛੱਡਣ। ਉਹ ਕਹਿੰਦਾ ਫਲਾਣੇ ਥਾਂ ਅੱਜ ਦੂਜੇ ਥਾਂ ਆਪਾਂ ਜਾਣਾ। ਉਹ ਕਹਿੰਦੇ ਯਾਰ ਥੋੜਾ ਜਿਹਾ ਰਹਿ ਗਿਆ, ਪੜ੍ਹ ਲੈਣ ਦਿਓ। ਉਹਨੇ ਫਿਰ ਫੋਨ ਕੀਤਾ, ਉਹ ਕਹਿੰਦਾ 50 ਲੱਖ ਦੇ ਦੇ, ਮੁੰਡਾ ਲੈ ਜਾ ਉਹਦਾ। ਰੇਟ ਘਟਾਉਂਦਾ ਗਿਆ। ਅਖੀਰ ਇਹ ਹੋਇਆ ਵੀ ਉਹ ਡਾਕਾ ਮਾਰਨ ਵਾਲੇ ਜਿੰਨੇ ਉਹਦੇ ਡਾਕੂ ਸੀ, ਇੱਕ ਭੱਜ ਗਿਆ, ਕਹਿੰਦਾ ਮੈਂ ਤਾਂ ਨਹੀਂ ਮਾਰਨੇ ਯਾਰ, ਆਪਾਂ ਤਾਂ ਠੀਕ ਹੈ, ਸੁਧਰ ਗਿਆ। ਇੱਕ ਦੂਜਾ ਭੱਜ ਗਿਆ, ਉਹ ਕਹਿੰਦਾ ਸਾਥੋਂ ਲੈ ਜਾ 50 ਲੱਖ, ਮੁੰਡਾ ਲੈ ਜਾ। ਕਿਤਾਬਾਂ ਦਾ ਇੰਨਾ ਅਸਰ ਹੁੰਦਾ। ਤੇ ਇਹ ਜਿਹੜੀ ਗੱਲ ਹੈ ਵੀ ਕਿਤਾਬਾਂ ਜਿਹੜੀਆਂ ਨਾ ਬਹੁਤ ਮਹੱਤਵਪੂਰਨ ਨੇ। ਕਿਤਾਬਾਂ ਨਾਲ ਜੁੜੋਗੇ ਤੁਸੀਂ, ਕਿਤਾਬਾਂ ਤੁਹਾਨੂੰ ਬੜਾ ਕੁਝ ਸਿਖਾਉਂਦੀਆਂ ਨੇ, ਬੜਾ ਕੁਝ। ਸਭ ਤੋਂ ਵਧੀਆ ਸਾਡੀਆਂ ਮਿੱਤਰ ਨੇ। ਕਿਤੇ ਬੱਸ ਵਿੱਚ ਭਗਤ ਸਿੰਘ ਦੇ ਦੇਖੋ ਕਿਤਾਬਾਂ ਦਾ ਕਿੰਨਾ ਨਾਂ ਸੀ। ਕੱਛ ਵਿੱਚ ਕਿਤਾਬ ਹੁੰਦੀ ਸੀ, ਬੱਸ ਜਾਣਾ ਹੈ, ਹੱਥ 'ਚ ਕਿਤਾਬ ਹੈ, ਸਰਾਣੇ ਪਿਆ ਉੱਥੇ ਕਿਤਾਬ ਹੈ। ਕਿਤਾਬ ਸੀ ਤੇ ਉਹ ਸਭ ਤੋਂ ਸਰਮੌਰ ਸ਼ਹੀਦ ਆਜ਼ਮ ਮੰਨਿਆ ਜਾ ਰਿਹਾ ਹੈ। ਔਰ ਸਾਰੇ ਵਿਸ਼ਵ ਦੇ ਕ੍ਰਾਂਤੀਕਾਰਾਂ ਬਾਰੇ ਉਹਨੂੰ ਪੂਰੀ ਸਮਝ ਸੀ, ਔਰ ਸਾਰੇ ਵਿਸ਼ਵ ਦੇ ਕ੍ਰਾਂਤੀਆਂ ਬਾਰੇ ਉਹ ਜਾਣਦਾ ਸੀ। ਔਰ ਸਭ ਤੋਂ ਇੱਕੋ ਹੀ ਉਹ ਬੋਲਣ ਵਾਲਾ ਬੰਦਾ ਸੀ। ਸਭ ਤੋਂ ਵੱਧ ਜਿੱਥੇ ਜਦੋਂ ਅਦਾਲਤ ਵਿੱਚ ਉਹਦਾ ਕੇਸ ਚੱਲਦਾ ਸੀ, ਭਗਤ ਸਿੰਘ ਸਾਰਾ ਲੀਡ ਕਰਦਾ। ਜੇ ਰੱਬ ਨੇ ਨਾ ਸਮੇਂ ਦੀ ਸਿਰਜਣਾ ਨਾ ਕੀਤੀ ਹੁੰਦੀ ਤਾਂ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਰਹਿੰਦੇ। ਤੇ ਵਰੁਣ, ਤੁਹਾਡੀ ਇੱਛਾ ਪੂਰੀ ਹੋ ਗਈ ਨਾ ਕਹਾਣੀ ਸੁਣਨ ਦੀ? ਮੈਂ ਕਹਿੰਦੀ ਇਕੱਲੀ ਕਹਾਣੀ ਨਹੀਂ ਸੁਣੀ, ਕਹਾਣੀਆਂ ਬਾਰੇ ਮੈਂ ਇੰਨਾ ਕੁਝ ਸੁਣ ਲਿਆ। ਹੁਣ ਧੰਨਵਾਦ ਕਰੀਏ ਜੀ। ਬਿਲਕੁਲ, ਪ੍ਰੋਗਰਾਮ ਖਤਮ ਹੋ ਰਿਹਾ ਹੈ, ਟਾਈਮ ਖਤਮ ਹੋ ਰਿਹਾ ਹੈ। ਬਲਦੇਵ ਸਿੰਘ ਸੜਕਨਾਮਾ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤੁਹਾਡਾ ਵੀ, ਬਹੁਤ ਧੰਨਵਾਦ। ਤੁਸੀਂ ਇੰਨੀਆਂ ਗੱਲਾਂ ਕਢਵਾ ਲਈਆਂ, ਮੈਥੋਂ ਕਰ ਲਈਆਂ ਆਪਾਂ, ਔਰ ਮੈਂ ਲੱਗੇ ਨਹੀਂ ਗਾ ਵੀ ਸਮਾਂ ਵੀ ਬੀਤ ਗਿਆ। ਸਾਡੇ ਵੱਲੋਂ ਸ਼ੁਭ ਇੱਛਾਵਾਂ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ।